ਸੁਕਾਉ ਟਲ ਗੁਰ ਸੇਵੀਐ, ਐਨਿਸ ਸਹਜ ਸੁਭਾਇ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਖਸੰਮਦੀ, ਨੂਰੇ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਘਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਘਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹਲਾ ਪੰਜਵਾ। ਘਰ ਪਹਿਲਾ ਅਸ਼ਟਪਦੀਆ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਸਭ ਜਗ ਜਿਨੇ ਉਪਾਇਆ ਭਾਈ, ਕਰਨ ਕਾਰਨ ਸਮਰੱਥ। ਜੀਉ ਪਿੰਡ ਜਿਨ ਸਾਜਿਆ ਭਾਈ, ਦੇ ਕਰ ਆਪਣੀ ਵੱਥ। ਕਿਨ ਕਹੀਏ ਕਿਉਂ ਦੇਖੀਏ ਭਾਈ, ਕਰਤਾ ਏਕ ਅਕਥ। ਗੁਰ ਗੋਬਿੰਦ ਸਲਾਹੀਏ ਭਾਈ, ਜਿਸ ਤੇ ਜਾਪੇ ਤੱਥ। ਸਭ ਜਗ ਜਿਨੇ ਉਪਾਇਆ ਭਾਈ, ਕਰਨ ਕਾਰਨ ਸਮਰੱਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਿਰਪਾ ਨਿਧਾਨ ਗਰੀਬ ਨਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਦਾ ਆਨੰਦ ਮਾਣ ਰਹੀ ਗੁਰੂ ਕੀ ਸੰਗਤ। ਇਸ ਵੇਲੇ ਸਤਿਗੁਰਾਂ ਨੇ ਮਹਾਨ ਕਿਰਪਾ ਕਰਕੇ ਸਾਨੂੰ ਅੰਮ੍ਰਿਤ ਕਥਾ ਦੇ ਨਾਲ ਜੁੜਨ ਦਾ ਇਹ ਸੁਭਾਗਾ ਸਮਾਂ ਜੋ ਹੈ ਉਹ ਬਖਸ਼ਿਸ਼ ਕੀਤਾ ਹੈ। ਵੱਡੇ ਭਾਗ ਹੋਏ ਨੇ ਜੋ ਆਪ ਸੰਗਤਾਂ ਗੁਰੂ ਦਰਬਾਰ ਵਿੱਚ ਬੈਠ ਕੇ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਸੁਣਨ ਵਾਸਤੇ ਇਕੱਤਰਤ ਹੋਏ ਹੋ। ਸੋ ਆਓ ਕੁਝ ਸਮੇਂ ਵਾਸਤੇ ਆਪਣੇ ਮਨ ਦੇ ਧਿਆਨ ਨੂੰ ਟਿਕਾ ਕੇ ਗੁਰਬਾਣੀ ਦੀ ਜੋ ਵਿਚਾਰ ਹੈ ਤਿਸ ਨੂੰ ਸਰਵਣ ਕਰੀਏ। ਮਿਲ ਕੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹਲਾ ਪੰਜਵਾ। ਘਰ ਪਹਿਲਾ ਅਸ਼ਟਪਦੀਆਂ। ਸੋਰਠ ਰਾਗ ਦਾ ਇਹ ਪਵਿੱਤਰ ਸ਼ਬਦ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਇਥੋਂ ਅਸ਼ਟਪਦੀਆਂ ਪਰ ਆਰੰਭ ਹੋਣ ਲੱਗੀ ਹੈ। ਇਸ ਤੋਂ ਪਹਿਲਾਂ ਆਪਾਂ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ 3 ਸ਼ਬਦ ਜੋ ਨੇ ਅਸ਼ਟਪਦੀਆਂ ਦੇ ਅੰਦਰ ਸਰਵਣ ਕਰ ਲਏ ਨੇ। ਸੋ ਹੁਣ ਅੱਗੇ 3 ਸ਼ਬਦ ਜਿਹੜੇ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਆਉਣਗੇ ਅਸ਼ਟਪਦੀਆਂ ਦੇ ਰੂਪ ਦੇ ਵਿੱਚ। ਅਸ਼ਟਪਦੀ ਗੁਰਮੁਖੋਂ ਆਖਿਆ ਜਾਂਦਾ ਹੈ 8 ਪਦ ਜਿਸ ਦੀਆਂ 8 ਪੌੜੀਆਂ ਹੋਣ, ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਵੱਡੇ ਸ਼ਬਦ ਨੇ, ਬਹੁਤੀ ਗਿਣਤੀ ਵਿੱਚ ਬਹੁਤੀਆਂ ਪੰਕਤੀਆਂ ਇਸ ਸ਼ਬਦ ਦੀਆਂ ਨੇ। ਅਸ਼ਟਪਦੀਆਂ 8 ਪੌੜੀਆਂ ਵਾਲਾ 8 ਪਦਾਂ ਵਾਲਾ ਇਹ ਸ਼ਬਦ ਹੈ, ਤਾਂ ਇਸ ਨੂੰ ਅਸ਼ਟਪਦੀ ਆਖਿਆ ਜਾਂਦਾ। ਇਸ ਤੋਂ ਪਹਿਲਾਂ ਆਪਾਂ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਸ਼ਬਦ ਸਰਵਣ ਕੀਤੇ ਅਸ਼ਟਪਦੀਆਂ ਦੇ ਵਿੱਚ। ਫਿਰ ਗੁਰੂ ਅਮਰਦਾਸ ਮਹਾਰਾਜ ਦੇ 3 ਸ਼ਬਦ ਸਰਵਣ ਕੀਤੇ। ਅੱਜ ਆਪਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਅਸ਼ਟਪਦੀਆਂ ਦੇ ਸ਼ਬਦ ਸਰਵਣ ਕਰਨ ਜਾ ਰਹੇ ਹਾਂ। ਘਰ ਪਹਿਲੇ ਦੇ ਅੰਦਰ ਗਾਉਣ ਦਾ ਮਹਾਰਾਜ ਸਾਹਿਬ ਜੀ ਹੁਕਮ ਬਖਸ਼ਿਸ਼ ਕਰਦੇ ਨੇ। ਅੱਜ ਦਾ ਇਹ ਜੋ ਸ਼ਬਦ ਸਾਨੂੰ ਪ੍ਰਾਪਤ ਹੋ ਰਿਹਾ ਹੈ ਇਹ ਕਾਫੀ ਲੰਬੇਰਾ ਹੈ, ਇਸ ਕਰਕੇ ਇਸ ਦੇ ਆਪਾਂ ਆਖਰੀ ਅਰਥ ਜਿਹੜੇ ਨੇ ਉਹ ਜ਼ਿਆਦਾਤਰ ਸਰਵਣ ਕਰਕੇ ਸ਼ਬਦ ਨੂੰ ਸੰਪੂਰਨ ਮਹਾਰਾਜ ਕਿਰਪਾ ਕਰਨਗੇ ਤੇ ਕਰਾਂਗੇ। ਸੋ ਇਹ ਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਦਾ ਪਵਿੱਤਰ ਸ਼ਬਦ ਹੈ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਓਂਕਾਰ ਪ੍ਰਮਾਤਮਾ ਜੋ ਹੈ ਉਹ ਇੱਕ ਹੈ। ਇੱਕ ਓਂਕਾਰ। ਓਂਕਾਰ ਪ੍ਰਮਾਤਮਾ ਦੇ ਕਈ ਨਾਮ ਨੇ।
ਸੋ ਕਥਾ ਨੂੰ ਸਰਲ ਕੀਤਾ ਜਾਵੇ, ਸੌਖਾ ਕੀਤਾ ਜਾਵੇ ਤਾਂ ਕਿ ਸਾਰਿਆਂ ਨੂੰ ਸਮਝ ਪੈ ਜਾਵੇ। ਪਰਮਾਤਮਾ ਦੇ ਕਈ ਨਾਮ ਨੇ, ਉਹਦੇ ਕਈ ਨਾਮਾਂ ਦੇ ਵਿੱਚੋਂ ਇੱਕ ਨਾਮ ਉਸਦਾ ਹੈ ਓਅੰਕਾਰ, ਜਾਂ ਇਸ ਤਰ੍ਹਾਂ ਕਹਿ ਲਈਏ ਉਸਦਾ ਸ੍ਰੇਸ਼ਟ ਨਾਮ ਹੈ ਓਅੰਕਾਰ। ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ ਉਹ ਜੋ ਓਅੰਕਾਰ ਪਰਮਾਤਮਾ ਹੈ ਉਹ ਇੱਕ ਹੈ, ਉਹਦੇ ਵਰਗਾ ਕੋਈ ਦੂਜਾ ਹੈ ਹੀ ਨਹੀਂ। ਸਾਹਿਬ ਮੇਰਾ ਇੱਕੋ ਹੈ, ਉਹ ਇੱਕੋ ਹੀ ਹੈ ਭਾਈ ਪਰਮਾਤਮਾ। ਅਤੇ ਉਸ ਇੱਕ ਦੀ ਜਿਹੜੀ ਪ੍ਰਾਪਤੀ ਹੈ ਸਤਿਗੁਰ ਪ੍ਰਸਾਦ, ਗੁਰੂ ਕਿਰਪਾ ਨਾਲ, ਗੁਰੂ ਦੀ ਖੁਸ਼ੀ ਲੈਣੀ ਪੈਂਦੀ ਹੈ, ਗੁਰੂ ਦੀ ਰਹਿਮਤ ਲੈਣੀ ਪੈਂਦੀ ਹੈ, ਗੁਰੂ ਦੀ ਬਖਸ਼ਿਸ਼ ਹੋਵੇ ਤੇ ਤਾਂ ਉਹ ਪਰਮਾਤਮਾ ਪ੍ਰਾਪਤ ਹੁੰਦਾ। ਗੁਰੂ ਦੀ ਪ੍ਰਸੰਨਤਾ ਬਿਨਾਂ ਪ੍ਰਾਪਤ ਨਹੀਂ ਹੈ। ਸੋ ਪ੍ਰਸੰਨਤਾ ਲੈਣ ਵਾਸਤੇ ਗੁਰੂ ਦੀ ਸੇਵਾ ਕਰਨੀ ਪੜੇਗੀ, ਪ੍ਰਸੰਨਤਾ ਲੈਣ ਵਾਸਤੇ ਨਾਮ ਜਪਣਾ ਪਵੇਗਾ, ਗੁਰਬਾਣੀ ਪੜ੍ਹਨੀ ਪਵੇਗੀ। ਇਹ ਜੋ ਕਰਮ ਧਰਮ ਦੇ ਕਾਰਜ ਮਹਾਰਾਜ ਨੇ ਦੱਸੇ ਨੇ ਸਾਰੇ ਕਰਨੇ ਪੈਣਗੇ ਤਾਂ ਗੁਰੂ ਦੀ ਪ੍ਰਸੰਨਤਾ ਹੈ। ਜਦੋਂ ਪ੍ਰਸੰਨਤਾ ਹੁੰਦੀ ਫਿਰ ਪ੍ਰਾਪਤੀ ਹੁੰਦੀ ਹੈ। ਸੋ ਸਤਿਗੁਰੂ ਜੀ ਕਹਿਣ ਲੱਗੇ ਸਤਿਗੁਰ ਪ੍ਰਸਾਦ, ਗੁਰੂ ਦੀ ਪ੍ਰਸਾਦ ਕਿਰਪਾ ਦੇ ਨਾਲ ਉਹ ਪ੍ਰਾਪਤ ਹੁੰਦਾ ਹੈ। ਸਭ ਜਗ ਜਿਨੇ ਉਪਾਇਆ ਭਾਈ, ਕਰਨ ਕਾਰਨ ਸਮਰੱਥ। ਇਸ ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ। ਵੱਖ-ਵੱਖ ਗ੍ਰੰਥਾਂ ਦੇ ਵਿੱਚ ਵੱਖ-ਵੱਖ ਪੈਗੰਬਰਾਂ ਨੇ ਉਸ ਦਾ ਵੱਖ-ਵੱਖ ਜ਼ਿਕਰ ਕੀਤਾ ਹੈ। ਕੋਈ ਆਖਦਾ ਬ੍ਰਹਮਾ ਨੇ ਸ੍ਰਿਸ਼ਟੀ ਰਚੀ ਹੈ, ਕੋਈ ਆਖਦਾ ਅੱਲਾ ਨੇ ਰਚੀ ਹੈ, ਕੋਈ ਆਖਦਾ ਉਸਨੇ 5 ਦਿਨ ਦੁਨੀਆ ਬਣਾਉਣ ਵਾਸਤੇ ਲਾਏ, 2 ਦਿਨ ਆਰਾਮ ਕੀਤਾ ਹੈ। ਇਸ ਤਰ੍ਹਾਂ ਦੀਆਂ ਉਦਾਹਰਨਾਂ ਬਾਕੀ ਧਰਮਾਂ ਵਿੱਚੋਂ, ਸਨਾਤਨ ਮਤ ਵਿੱਚੋਂ ਦਿੱਤੀਆਂ ਜਾਂਦੀਆਂ। ਪਰ ਮਹਾਰਾਜ ਕਹਿਣ ਲੱਗੇ ਓਅੰਕਾਰ ਸੇ ਬ੍ਰਹਮਾ ਉਤਪਤ, ਓਅੰਕਾਰ ਕੀਆ ਜਿਨ ਚਿਤ, ਓਅੰਕਾਰ ਸੈਲ ਜੁਗ ਭੈ, ਓਅੰਕਾਰ ਵੇਦ ਨਿਰਭੈ, ਕੋਟ ਬ੍ਰਹਮੇ ਜਗ ਸਾਜਨ ਲਾਏ। ਸੋ ਇਹ ਮਹਾਰਾਜ ਦੇ ਗੁਰਬਾਣੀ ਦੇ ਫਰਮਾਨ ਨੇ ਵੀ ਇੱਕ ਓਅੰਕਾਰ ਉਚਾਰਨ ਹੋਇਆ, ਇਹ ਸ੍ਰਿਸ਼ਟੀ ਬਣ ਗਈ, ਇਹ ਪੱਥਰ ਪਹਾੜ ਬਣ ਗਏ, ਧਰਤੀਆਂ ਬਣ ਗਈਆਂ। ਅਤੇ ਇਸ ਤਰ੍ਹਾਂ ਉਹਦੇ ਹੁਕਮ ਦੇ ਵਿੱਚ ਬ੍ਰਹਮੇ ਵਰਗੇ ਅੱਗੇ ਤੋਂ ਅੱਗੇ ਸ੍ਰਿਸ਼ਟੀ ਸਾਜਦੇ ਪਏ, ਬਣਾਉਂਦੇ ਪਏ। ਮਹਾਰਾਜ ਫਰਮਾਉਂਦੇ ਸਭ ਜਗ ਜਿਨਹਿ ਉਪਾਇਆ ਭਾਈ, ਇਹ ਸਾਰੀ ਸ੍ਰਿਸ਼ਟੀ ਪਰਮਾਤਮਾ ਨੇ ਪੈਦਾ ਕੀਤੀ ਹੈ। ਇਹ ਮਤਾ ਕੋਈ ਕਹੀ ਜਾਵੇ ਕੋਈ ਫਲਾਣਾ ਪੈਦਾ ਕਰਨ ਵਾਲਾ, ਕੋਈ ਪੈਗੰਬਰ ਦਾ ਨਾਮ ਲੈਂਦਾ ਹੈ, ਕੋਈ ਅਵਤਾਰ ਦਾ ਨਾਮ ਲੈਂਦਾ ਨਹੀਂ। ਬਣਾਉਣ ਵਾਲਾ ਸਾਰਿਆਂ ਨੂੰ ਪਰਮਾਤਮਾ ਹੈ, ਕਿਉਂਕਿ ਪੈਗੰਬਰ ਨੂੰ ਵੀ ਉਹਨੇ ਬਣਾਇਆ, ਅਵਤਾਰ ਨੂੰ ਵੀ ਉਸੇ ਨੇ ਬਣਾਇਆ ਹੈ। 10ਵੇਂ ਪਾਤਸ਼ਾਹ ਦੇ ਪਵਿੱਤਰ ਬਚਨ ਨੇ ਤੈਥੋਂ ਹੀ ਬਲ ਰਾਮ ਲੈ, ਨਾਲ ਬਾਣਾ ਦਹਿ ਸਿਰਕਾਇਆ। ਦੁਨੀਆ ਦੇ ਲੋਕ ਆਖਦੇ ਰਾਮਚੰਦਰ ਨੇ ਰਾਵਣ ਨੂੰ ਮਾਰਿਆ ਹੈ। ਧੰਨ 10ਵੇਂ ਪਾਤਸ਼ਾਹ ਕਹਿਣ ਲੱਗੇ ਬਲ ਕਿੱਥੋਂ ਆਇਆ? ਇਸਕਾ ਬਲ ਨਾ ਹੀ ਇਸ ਹਾਥ, ਕਰਨ ਕਰਾਵਨ ਸਰਬ ਕੋ ਨਾਥ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਬੰਦੇ ਦਾ ਜ਼ੋਰ ਬੰਦੇ ਦੇ ਹੱਥ ਵਿੱਚ ਨਹੀਂ ਹੈ, ਇਹ ਜ਼ੋਰ ਤੇ ਪ੍ਰਮਾਤਮਾ ਦਾ ਹੈ। ਤੇਰਾ ਜ਼ੋਰ ਚਾਚਰੀ ਛੰਦ, ਇਹ ਤੇਰੀਆਂ ਬਖਸ਼ਾਂ ਨੇ ਪ੍ਰਮਾਤਮਾ, ਤੂੰ ਕਿਰਪਾ ਕਰਦਾ ਹੈ। ਤੈਥੋਂ ਹੀ ਬਲ ਰਾਮ ਲੈ, ਰਾਮ ਭਗਵਾਨ ਨੇ ਆਪ ਜੀ ਦਾ ਬਲ ਲੈ ਕੇ ਨਾਲ ਬਾਣਾ ਦਹਿ ਸਿਰਕਾਇਆ। ਉਸ ਰਾਵਣ ਨੂੰ ਤਾਂ ਮਾਰਿਆ ਜੇ ਤੁਸੀਂ ਬਲ ਬਖਸ਼ਿਆ ਹੈ, ਨਾ ਬਖਸ਼ਿਸ਼ ਕਰਦੇ ਤੇ ਕੀ ਕਰ ਲੈਂਦਾ। ਬਚਨ ਇਹ ਹੈ ਭਾਵੇਂ ਦੁਨੀਆ ਤੇ ਪੈਗੰਬਰ ਆਏ ਨੇ, ਅਵਤਾਰ ਆਏ ਨੇ, ਪਰ ਇਹ ਪੈਗੰਬਰ ਤੇ ਅਵਤਾਰ ਉਹਨੇ ਬਣਾਏ ਨੇ, ਉਹਨੇ ਆਪਣੀ ਤਾਕਤ ਦਿੱਤੀ ਹੈ ਤਾਂ ਇਹ ਦੁਨੀਆ ਤੇ ਆ ਕੇ ਕੁਝ ਕਾਰਜ ਕਰ ਸਕੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਭ ਜਗ ਜਿਨਹਿ ਉਪਾਇਆ ਭਾਈ, ਸਾਰੀ ਸ੍ਰਿਸ਼ਟੀ ਜਿਹਨੇ ਪੈਦਾ ਕੀਤੀ ਹੈ, ਕਰਨ ਕਾਰਨ ਸਮਰੱਥ, ਉਹ ਸਾਰੇ ਜਿਹੜੇ ਕੰਮ ਨੇ ਉਹਨਾਂ ਨੂੰ ਕਰਨ ਦੀ ਉਹ ਸਮਰੱਥਾ ਵੀ ਰੱਖਦਾ ਹੈ। ਕਰਨ ਕਾਰਨ, ਇਹ ਜਿਹੜਾ ਕਾਰਨ ਰੂਪ ਸੰਸਾਰ ਹੈ, ਪ੍ਰਪੰਚ ਹੈ, ਇਹਨੂੰ ਬਣਾਉਣ ਦੀ ਉਹ ਸਮਰੱਥਾ ਰੱਖਦਾ ਹੈ, ਇਹਨੂੰ ਢਾਉਣ ਦੀ ਸਮਰੱਥਾ ਰੱਖਦਾ ਹੈ, ਇਹ ਸਾਰੇ ਜੀਵਾਂ ਨੂੰ ਰਿਜ਼ਕ ਦੇਣ ਦੀ ਉਹ ਸਮਰੱਥਾ ਰੱਖਦਾ ਹੈ। ਇਹ ਸਾਰੀਆਂ ਤਾਕਤਾਂ, ਇਹ ਸਾਰੀ ਪਹੁੰਚ ਉਹਦੇ ਆਪਣੇ ਹੱਥ ਵਿੱਚ ਹੈ, ਤਾਂ ਉਸ ਨੂੰ ਆਖਿਆ ਜਾਂਦਾ ਕਰਨ ਕਾਰਨ ਸਮਰੱਥ। ਉਹ ਕਿਸੇ ਦੇ ਕੋਲੋਂ ਪੁੱਛਦਾ ਨਹੀਂ ਹੈ, ਕਿਸੇ ਦੀ ਸਲਾਹ ਨਹੀਂ ਲੈਂਦਾ, ਕਿਸੇ ਤੇ ਨਿਰਭਰ ਨਹੀਂ ਹੈ। ਵੱਡੀਆਂ ਵੱਡੀਆਂ ਦੇਸ਼ਾਂ ਦੀਆਂ ਸਰਕਾਰਾਂ ਜਿਹੜੀਆਂ ਨੇ ਦੂਜੇ ਤੇ ਨਿਰਭਰ ਹੁੰਦੀਆਂ ਕਿ ਜੇ ਮੈਂ ਆਹ ਕੰਮ ਕਰਾਂਗਾ ਦੂਜਾ ਦੇਸ਼, ਦੂਜੀ ਸਰਕਾਰ ਕਿਤੇ ਨਾਰਾਜ਼ ਨਾ ਹੋ ਜਾਵੇ। ਪਰਮਾਤਮਾ ਕਿਸੇ ਤੇ ਵੀ ਨਿਰਭਰ ਨਹੀਂ ਹੈ, ਉਹਨੂੰ ਕੋਈ ਫਰਕ ਨਹੀਂ
ਕਿ ਕੋਈ ਨਾਰਾਜ਼ ਹੁੰਦਾ ਤੇ ਹੋ ਜਾਵੇ। ਉਹ ਮੌਜ ਦਾ ਮਾਲਕ, ਮਰਜ਼ੀ ਦਾ ਮਾਲਕ, ਸੁਤੰਤਰ ਹੈ, ਜੋ ਚਾਹੇ ਉਹ ਬਖਸ਼ਿਸ਼ ਕਰਦਾ ਹੈ। ਜਿਉ ਪਿੰਡ ਜਿਨ ਸਾਜਿਆ ਭਾਈ, ਦੇ ਕਰ ਆਪਣੀ ਵੱਥ। ਆਪਣੀ ਇਹ ਆਤਮਿਕ ਵਸਤੂ ਮਹਾਰਾਜ ਜੀਆਂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ, ਅਤੇ ਜਿਉ ਪਾਏ ਉਸਨੇ ਸਾਨੂੰ ਇਸ ਜੀਵ ਨੂੰ ਕੀ ਦਿੱਤਾ ਹੈ? ਪਿੰਡ ਕਹੀਏ ਸਰੀਰ ਦਿੱਤਾ ਹੈ। ਪਹਿਲਾਂ ਤੇ ਆਤਮਾ ਬਖਸ਼ਿਸ਼ ਕੀਤੀ ਹੈ, ਆਤਮਾ ਵੀ ਉਸ ਦੀ ਭੇਜੀ ਹੋਈ ਹੈ। ਆਤਮਾ ਸਰੀਰ ਦੇ ਵਿੱਚ ਆਈ, ਸਰੀਰ ਵੀ ਉਸ ਦਾ ਬਣਾਇਆ ਹੋਇਆ। ਜੀਉ ਪਿੰਡ, ਜੀਉ ਨਾਮ ਜੀ, ਇਹ ਜਿਹੜਾ ਜੀਵ ਹੈ ਨਾ, ਇਹਦੇ ਉੱਪਰ ਜਿਹੜਾ ਇਹ ਸਰੀਰ ਬਣਾਇਆ ਹੋਇਆ, ਇਹ ਸਰੀਰ ਵੀ ਉਹਦਾ ਦਿੱਤਾ ਹੋਇਆ, ਵਿੱਚ ਆਤਮਾ ਵੀ ਉਹਨੇ ਪਾਈ ਹੋਈ ਹੈ। ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਨ। ਆਪਣੇ ਦਾਸ ਕੀ ਆਪ ਐਜ ਰਾਖੀ, ਨਾਨਕ ਸਦ ਕੁਰਬਾਨ। ਉਹ ਇਸ ਜੀਵ ਨੂੰ ਪਹਿਨਣ ਵਾਸਤੇ ਕੱਪੜੇ, ਖਾਣ ਵਾਸਤੇ ਭੋਜਨ ਦਿੰਦਾ ਹੈ, ਫਿਰ ਇਸ ਦੀ ਇੱਜ਼ਤ ਵੀ ਬਣਾ ਕੇ ਰੱਖਦਾ, ਮਾਨ ਸਨਮਾਨ ਵੀ ਦੁਨੀਆ ਵਿੱਚ ਦਿਵਾਉਂਦਾ ਹੈ। ਉਹ ਐਸਾ ਸਮਰੱਥ ਹੈ। ਜੀਉ ਪਾਏ, ਜੀਉ ਪਿੰਡ ਜਿਨ ਸਾਜਿਆ ਭਾਈ, ਜਿਸ ਨੇ ਇਸ ਜੀਵ ਨੂੰ ਸਾਜਿਆ ਬਣਾਇਆ ਹੈ ਅਤੇ ਆਤਮਿਕ ਵਸਤੂ ਜਿਹੜੀ ਬਖਸ਼ਿਸ਼ ਕੀਤੀ ਹੈ। ਕਿਨ ਕਹੀਏ ਕਿਉਂ ਦੇਖੀਏ ਭਾਈ, ਕਰਤਾ ਏਕ ਅਕਥ। ਕਰਤਾ ਅਕਾਲ ਪੁਰਖ ਇੱਕ ਹੈ, ਪਰ ਉਹ ਕਥ ਕਹੀਏ ਕਥਨ ਤੋਂ ਰਹਿਤ ਹੈ। ਕਥਨ ਤੋਂ ਰਹਿਣ ਤੋਂ ਭਾਵ ਇਹ ਹੁੰਦਾ ਵੀ ਮੁਕੰਮਲ ਤੌਰ ਤੇ ਉਹਦਾ ਕਥਨ ਨਹੀਂ ਕੀਤਾ ਜਾ ਸਕਦਾ। ਇਹਦਾ ਮਤਲਬ ਇਹ ਨਹੀਂ ਲੈ ਲੈਣਾ ਵੀ ਉਸ ਦਾ ਕਥਨ ਕੀਤਾ ਹੀ ਨਹੀਂ ਜਾਂਦਾ। ਕਥਨ ਕਰ ਸਕਦੇ ਹਾਂ, ਗੁਰਬਾਣੀ ਪੜ੍ਹਦੇ ਪਏ, ਨਾਮ ਜਪਦੇ ਪਏ, ਇਹ ਪਰਮਾਤਮਾ ਦਾ ਕਥਨ ਹੀ ਕਰਦੇ ਪਏ, ਉਹਦੀ ਵਡਿਆਈ ਕਰਦੇ ਪਏ। ਪਰ ਅਕਥ ਤੋਂ ਭਾਵ ਇਹ ਲੈ ਲੈਣਾ ਵੀ ਮੁਕੰਮਲ ਤੌਰ ਤੇ ਨਹੀਂ ਤੂੰ ਉਸ ਦਾ ਬਿਆਨ ਨਹੀਂ ਕਰ ਸਕਦਾ, ਸਾਰੀ ਸਿਫਤ ਨਹੀਂ ਤੂੰ ਕਹਿ ਸਕਦਾ, ਉਹ ਤੇਰੇ ਵਿੱਚ ਸਮਰੱਥਾ ਨਹੀਂ ਹੈ, ਕਿਉਂਕਿ ਉਹ ਅਕਥ ਹੈ। ਉਹਦੀ ਮਹਿਮਾ, ਉਹਦੀ ਕਹਾਣੀ, ਉਹਦਾ ਜੀਵਨ, ਉਹਦੀ ਬਖਸ਼ਿਸ਼, ਉਹਦਾ ਅੰਤ ਕੋਈ ਨਹੀਂ ਹੈ ਉਹ ਅਕਥ, ਪਰ ਕਥਿਆ ਜਾ ਸਕਦਾ, ਸਿਫਤ ਕੀਤੀ ਜਾ ਸਕਦੀ ਹੈ। ਹੁਣ ਗੁਰਮੁਖੋ ਪੰਛੀ ਆਕਾਸ਼ ਵਿੱਚ ਉੱਡਦਾ ਹੈ, ਪੰਛੀ ਆਕਾਸ਼ ਦਾ ਅੰਤ ਤੇ ਨਹੀਂ ਪਾ ਸਕਦਾ, ਪਰ ਇਹਦਾ ਮਤਲਬ ਇਹ ਵੀ ਨਹੀਂ ਹੈ ਕਿ ਪੰਛੀ ਟਾਹਣੀ ਤੇ ਬੈਠਾ ਰਹੇ, ਉੱਡੇ ਹੀ ਨਾ, ਵੀ ਮੇਰੇ ਕੋਲ ਆਕਾਸ਼ ਦਾ ਅੰਤ ਪਾਇਆ ਹੀ ਨਹੀਂ ਜਾਣਾ, ਮੈਂ ਉੱਡਣਾ ਕਾਹਦੇ ਵਾਸਤੇ ਹੈ। ਪੰਛੀ ਉੱਡਦਾ ਜ਼ਰੂਰ ਹੈ, ਉਡਾਰੀ ਵੀ ਮਾਰਦਾ, ਘੁੰਮਦਾ ਫਿਰਦਾ, ਆਨੰਦ ਲੈਂਦਾ, ਪਰ ਅੰਤ ਨਹੀਂ ਪਾਏਗਾ। ਪਰ ਉੱਡਦਾ ਤੇ ਪਿਆ ਨਾ, ਆਨੰਦ ਤੇ ਲੈਂਦਾ ਪਿਆ। ਇਸੇ ਤਰ੍ਹਾਂ ਗੁਰਬਾਣੀ ਪੜ੍ਹਨੀ ਹੈ, ਨਾਮ ਜਪਣਾ ਹੈ, ਪਰਮਾਤਮਾ ਦਾ ਕਥਨ ਜ਼ਰੂਰ ਕਰਨਾ ਹੈ, ਜਿੰਨੀ ਕੋਈ ਸਮਰੱਥਾ ਮਹਾਰਾਜ ਬਖਸ਼ਿਸ਼ ਕਰਦੇ, ਪਰ ਉਹਦਾ ਅੰਤ ਨਹੀਂ ਹੈ। ਇਹ ਮਹਾਰਾਜ ਬਖਸ਼ਿਸ਼ ਕਰਦੇ। ਕਹਿਣ ਲੱਗੇ ਕਰਤਾ ਏਕ ਅਕਥ, ਜਿਹੜਾ ਕਥਨ ਤੋਂ ਰਹਿਤ ਹੈ ਨਾ ਪਰਮਾਤਮਾ ਕਰਤਾ, ਉਹ ਭਾਈ ਇੱਕ ਹੀ ਹੈ। ਕਿਨ ਕਹੀਏ, ਉਸ ਨੂੰ ਕਿਸ ਤਰੀਕੇ ਦੇ ਨਾਲ ਆਖੀਏ? ਇਹ ਸਵਾਲ ਹੈ ਨਾ ਸਾਡੇ ਮਨ ਦਾ, ਵੀ ਪਰਮਾਤਮਾ ਨੂੰ ਕਿਵੇਂ ਕਹੀਏ, ਉਹਦੀ ਸਿਫਤ ਕਿਵੇਂ ਆਖੀਏ? ਸਾਨੂੰ ਤੇ ਕਰਨੀ ਨਹੀਂ ਆਉਂਦੀ। ਕਿਉਂ ਦੇਖੀਏ, ਉਹਨੂੰ ਵੇਖੀਏ ਕਿਵੇਂ? ਸਾਡਾ ਜੀ ਕਰਦਾ ਵੀ ਮੈਂ ਪਰਮਾਤਮਾ ਦੇ ਦਿਦਾਰੇ ਕਰਾਂ, ਪਰ ਕਿਵੇਂ ਦਿਦਾਰੇ ਕਰਾਂ? ਮੈਨੂੰ ਦਿਦਾਰੇ ਕਰਨੇ ਨਹੀਂ ਆਉਂਦੇ, ਮੇਰੇ ਕੋਲ ਉਹ ਜਿਹੜੀ ਹੈ ਸੋਝੀ ਨਹੀਂ ਹੈ, ਉਹ ਗਿਆਨ ਨਹੀਂ ਹੈ ਵੀ ਪਰਮਾਤਮਾ ਨੂੰ ਕਿਵੇਂ ਵੇਖਿਆ ਜਾ ਸਕਦਾ। ਸਾਨੂੰ ਤੇ ਕੀ, ਇੱਥੇ ਤੇ ਸਿੱਧਾਂ ਨੂੰ ਗਿਆਨ ਨਹੀਂ ਹੈ। ਸਿੱਧ ਵੀ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਪੁੱਛਦੇ ਪਏ, ਮਹਾਰਾਜ ਕੀ ਕਰੀਏ ਪਰਮਾਤਮਾ ਦੇ ਦਿਦਾਰੇ ਹੋ ਜਾਣ, ਕਿਹੜਾ ਬਚਨ ਕਹੀਏ ਜਿਹਦੇ ਨਾਲ ਉਹ ਖੁਸ਼ ਹੋ ਜਾਵੇ। ਮੋਹ ਕੈ ਬੋਲਣ ਬੋਲੀਐ ਜਿਸ ਸੁਨ ਧਰੇ ਪਿਆਰ, ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ। ਤੇ ਮਹਾਰਾਜ ਜੀ ਨੇ ਬਚਨ ਆਖੇ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਇਹ ਨਹੀਂ ਵੀ ਸਾਨੂੰ ਨਹੀਂ ਪਤਾ, ਇੱਥੇ ਤੇ ਸਿੱਧਾਂ ਨੂੰ ਨਹੀਂ ਪਤਾ, ਜਿਹੜੇ 84 ਸਿੱਧ ਨੇ, ਗੋਰਖਨਾਥ ਵਰਗੇ, ਬਸ਼ੰਦਰਨਾਥ ਵਰਗੇ, ਚਰਪਟਨਾਥ ਵਰਗੇ। ਪਰ ਇਹ ਸੋਝੀ ਕੌਣ ਦਿੰਦਾ? ਜਿੱਥੇ ਸਾਨੂੰ ਗੁਰੂ ਸੋਝੀ ਦਿੰਦਾ ਪਿਆ ਹੈ, ਇਹ ਸਿੱਧਾਂ ਨੂੰ ਸੋਝੀ ਵੀ ਗੁਰੂ ਨੇ ਦਿੱਤੀ ਹੈ। ਮਹਾਰਾਜ ਨੇ ਆਖਿਆ, ਸਿੱਧੋ ਇਹ ਕਰਮ ਕਰੋ ਜੇ ਪਰਮਾਤਮਾ ਨੂੰ ਵੇਖਣਾ ਚਾਹੁੰਦੇ ਹੋ। ਬਚਨ ਆ ਗਿਆ, ਕਿਨ ਕਹੀਏ, ਪਰਮਾਤਮਾ ਦਾ ਕਥਨ ਕਿਵੇਂ ਕਰੀਏ? ਸਾਨੂੰ ਨਹੀਂ ਕਰਨਾ ਆਉਂਦਾ। ਤੇ ਸਤਿਗੁਰੂ 10ਵੇਂ ਪਾਤਸ਼ਾਹ ਨੇ ਮਰਿਆਦਾ ਬੱਧੀ ਹੈ ਨਾ, ਗੁਰਬਾਣੀ ਕਿਵੇਂ ਪੜ੍ਹਨੀ ਚਾਹੀਦੀ ਹੈ, ਇਹ ਮਰਿਆਦਾ ਮਹਾਰਾਜ ਨੇ ਬੱਧੀ। ਗੁਰੂ ਦੱਸਦਾ ਵੀ ਕਿਵੇਂ ਕੀ ਕਰਨਾ ਹੈ। ਕਿਉਂ ਦੇਖੀਏ, ਉਸ ਨੂੰ ਵੇਖੀਏ ਕਿਵੇਂ? ਅਸੀਂ ਦਰਸ਼ਨ ਕਰਨੇ ਚਾਹੁੰਦੇ ਜ਼ਰੂਰ ਹਾਂ, ਪਰ ਸਾਨੂੰ ਪਰਮਾਤਮਾ ਦੇ ਦਰਸ਼ਨ ਹੁੰਦੇ ਨਹੀਂ। ਇਹ ਸਾਡੇ ਮਨ ਦਾ ਸਵਾਲ ਹੈ, ਪਰਮਾਤਮਾ ਦਾ ਕਥਨ ਕਿਵੇਂ ਕਰੀਏ, ਉਹਦੇ ਦਰਸ਼ਨ ਕਿਵੇਂ ਕਰੀਏ? ਇਹ ਸਾਡਾ ਸਵਾਲ ਹੈ, ਕਿਉਂਕਿ ਉਹ ਅਕਥ ਹੈ। ਇਹ ਸਤਿਗੁਰੂ ਕਿਰਪਾ ਕਰੋ, ਸਾਨੂੰ ਇਸ ਸਵਾਲ ਦਾ ਜਵਾਬ ਦੇਣਾ ਕਰੋ। ਗੁਰ ਗੋਬਿੰਦ ਸਲਾਹੀਏ ਭਾਈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਗੁਰੂ ਦੇ ਦੁਆਰਾ ਗੋਬਿੰਦ ਪਰਮਾਤਮਾ ਦੀ ਸਿਫਤ ਕਰ। ਬਚਨ ਇਹ ਆ ਗਿਆ ਸੀ ਨਾ, ਕਿਨ ਕਹੀਏ, ਵੀ ਪਰਮਾਤਮਾ ਨੂੰ ਕਹੀਏ ਕਿਵੇਂ? ਤੇ ਸਤਿਗੁਰੂ ਪਾਤਸ਼ਾਹ ਕਹਿੰਦੇ, ਪਰਮਾਤਮਾ ਨੂੰ ਕਹਿਣ ਵਾਸਤੇ ਪਹਿਲਾਂ ਗੁਰੂ ਬਣਾ। ਇਹ ਸਵਾਲ ਦਾ ਜਵਾਬ, ਪਹਿਲਾਂ ਗੁਰੂ ਵਾਲਾ ਬਣ।
ਨਿਗੁਰੇਗਾ ਹੈ ਨਾਉ ਬੁਰਾ। ਜਿਹੜਾ ਬੰਦਾ ਨਿਗੁਰਾ ਨਾ ਉਹਦਾ ਨਾਂ ਲੈਣਾ ਮਾੜਾ। ਮਨਮੁਖ ਬੰਦੇ ਦਾ ਕੀ ਨਾਂ ਲੈਣਾ, ਆਪਣਾ ਮੂੰਹ ਝੂਠਾ ਗੰਦਾ ਕਰ ਲੈਣਾ। ਜੇ ਪ੍ਰਮਾਤਮਾ ਨੂੰ ਕਿਨ ਕਹੀਐ, ਕਿਵੇਂ ਕਹਿਣਾ ਹੈ, ਜੇ ਤੇਰੇ ਮਨ ਦਾ ਇਹ ਸਵਾਲ ਹੈ ਤੇ ਸਤਿਗੁਰੂ ਜਵਾਬ ਦਿੰਦੇ, ਗੁਰ ਪਹਿਲਾਂ ਗੁਰੂ ਧਾਰਨ ਕਰ, ਗੁਰੂ ਵਾਲਾ ਬਣ, ਤੇ ਫਿਰ ਗੁਰੂ ਦੇ ਕੋਲੋਂ ਉਪਦੇਸ਼ ਲੈ। ਗੁਰ ਗੋਬਿੰਦ ਸਲਾਹੀਐ ਭਾਈ, ਫਿਰ ਗੁਰੂ ਦੇ ਦੱਸੇ ਹੋਏ ਰਸਤੇ ਦੇ ਉੱਪਰ ਉਹਦੀ ਸਿਫਤ ਕਰ, ਉਹ ਰਸਤੇ ਤੇ ਚੱਲ। ਤੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਜਿਸ ਤੇ ਜਾਪੈ ਤਥ, ਉਹ ਜਿਹੜਾ ਤਤ ਸਰੂਪ ਪਰਮਾਤਮਾ ਹੈ ਉਹ ਤੈਨੂੰ ਦਿਸ ਪਵੇਗਾ, ਉਸ ਨੂੰ ਤੂੰ ਜਾਣ ਲਵੇਂਗਾ। ਜਾਣੇਗਾ ਕਿਵੇਂ? ਗੁਰੂ ਦੁਆਰਾ। ਕਵੇਂਗਾ ਕਿਵੇਂ? ਗੁਰੂ ਦੁਆਰਾ। ਇਹ ਗੁਰੂ ਹੀ ਹੈ ਸਾਰੇ ਕੰਮਾਂ ਦਾ ਕਰਨ ਵਾਲਾ। ਇਹ ਗੁਰੂ ਦੀ ਸ਼ਰਨ ਲੈਣੀ ਪੈਣੀ ਹੈ। ਕੁਝ ਲੋਕ ਆਖਦੇ ਮੇਰਾ ਮਨ ਬੜਾ ਸਾਫ਼ ਹੈ, ਕੁਝ ਆਖਦੇ ਮੈਂ ਬੜਾ ਪੜ੍ਹਿਆ ਹੋਇਆ, ਕੁਝ ਆਖਦੇ ਮੈਂ ਬੜਾ ਸਿਆਣਾ, ਮੈਨੂੰ ਗੁਰੂ ਦੀ ਲੋੜ ਕੋਈ ਨਹੀਂ ਹੈ। ਪਰ ਸਤਿਗੁਰੂ ਕਹਿਣ ਲੱਗੇ, ਕਹਿੰਦੇ ਨਹੀਂ ਭਾਈ, ਭਾਵੇਂ ਤੂੰ ਕਿੰਨਾ ਵੀ ਪੜ੍ਹਿਆ, ਤੂੰ ਕਿੰਨਾ ਵੀ ਸਿਆਣਾ, ਤੇਰਾ ਮਨ ਕਿੰਨਾ ਵੀ ਸਾਫ਼ ਹੈ, ਪਰ ਗੁਰੂ ਬਿਨਾਂ ਇਹ ਕੁੰਡੀ ਨਹੀਂ ਖੁੱਲ੍ਹਣੀ ਹੈ। ਸੋ ਇਹ ਕੁੰਡੀ ਗੁਰੂ ਖੋਲ੍ਹ ਸਕਦਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਇਹ ਗੁਰਬਾਣੀ ਦੇ ਬਚਨ ਨੇ। ਮਹਾਰਾਜ ਕਹਿਣ ਲੱਗੇ, ਭਾਈ ਗੁਰ ਗੋਬਿੰਦ ਸਲਾਹੀਐ ਭਾਈ, ਗੁਰੂ ਦੇ ਦੁਆਰਾ ਉਸ ਦੀ ਸਿਫਤ ਕਰ। ਗੁਰੂ ਦੱਸੇਗਾ ਸਿਫਤ ਕਿਵੇਂ ਕਰਨੀ ਹੈ, ਗੁਰੂ ਇਹ ਬਖਸ਼ਿਸ਼ ਕਰੇਗਾ ਵੀ ਉਸ ਨੂੰ ਜਾਪੇ ਕਿਵੇਂ ਜਾਣਿਆ ਜਾਂਦਾ ਹੈ। ਉਹ ਜਾਣਿਆ ਕਿਵੇਂ ਜਾਂਦਾ ਹੈ, ਜੋ ਤਤ ਸਰੂਪ ਹੈ, ਪਦਾਰਥਾਂ ਨੂੰ ਦੇਣ ਵਾਲਾ, ਕਿਵੇਂ ਜਾਣਿਆ ਜਾਂਦਾ ਹੈ, ਇਹ ਗੁਰੂ ਦੱਸਦਾ ਹੈ। ਐਸੀ ਬਖਸ਼ਿਸ਼ ਕਰਦੇ ਹਨ। ਮੇਰੇ ਮਨ ਜਪੀਏ ਹਰ ਭਗਵੰਤਾ। ਪਾਤਸ਼ਾਹ ਕਹਿਣ ਲੱਗੇ, ਘੁੰਡੀ ਬਿਨ ਕੈਸੇ ਗੰਠ ਚੜਾਈਐ, ਸਾਧੂ ਬਿਨ ਤੈਸੇ ਅਵਗਤ ਜਾਈਐ। ਗੁਰਬਾਣੀ ਦੇ ਬਚਨ ਨੇ ਕਿ ਗੰਢ ਪਾਉਣੀ ਹੋਵੇ ਉਹਦੇ ਵਾਸਤੇ ਗੰਢ ਪਾਉਣੀ ਆਉਣੀ ਚਾਹੀਦੀ ਹੈ। ਗੰਢ ਪੈਣੀ ਕਿਵੇਂ ਹੈ, ਉਸ ਦੇ ਵਾਸਤੇ ਘੁੰਡੀ ਮਰੋੜਨੀ ਪਵੇਗੀ, ਫਿਰ ਗੰਢ ਪੈਂਦੀ ਹੈ। ਗੰਢ ਪਾਉਣ ਦਾ ਤਰੀਕਾ ਹੈ। ਇਸੇ ਤਰ੍ਹਾਂ ਭਾਈ ਗੁਰੂ ਨੂੰ ਅਪਣਾਉਣ ਦਾ ਵੀ ਤਰੀਕਾ ਹੈ, ਤੇ ਗੁਰੂ ਦੇ ਕੋਲ ਫਿਰ ਉਹ ਤਰੀਕਾ ਹੈ ਜਿਹਦੇ ਨਾਲ ਪਰਮਾਤਮਾ ਮਿਲਦਾ ਹੈ। ਮੇਰੇ ਮਨ ਹੈ, ਮੇਰੇ ਮਨਾ ਜਪੀਐ ਹਰ ਭਗਵੰਤਾ। ਜੋ ਭਗਵੰਤ ਪਰਮੇਸ਼ਰ ਹੈ, ਗੁਰੂ ਦੇ ਨਾਲ ਮਿਲ ਕੇ, ਗੁਰੂ ਕੋਲ ਬੈਠ ਕੇ ਉਸ ਨੂੰ ਜਪਨਾ ਕਰੀਏ, ਕਹਿਣਾ ਕਰੀਏ। ਨਾਮ ਦਾਨ ਦੇ ਜਨ ਆਪਣੇ, ਉਹ ਆਪਣੇ ਜਨਾਂ ਨੂੰ, ਭਗਤਾਂ ਨੂੰ, ਗੁਰਮੁਖਾਂ ਨੂੰ ਨਾਮ ਦਾ ਦਾਨ ਦਿੰਦਾ ਹੈ। ਦਾਨ ਉਹ ਸਤਿਗੁਰੂ ਜਿਹੜਾ ਬਖਸ਼ਿਸ਼ ਕਰਦੇ ਪਏ, ਤੇ ਦਾਨ ਜਿਹਨੂੰ ਦੇ ਦਈਏ ਗੁਰਮੁਖੋ ਉਹਦਾ ਹੋ ਜਾਂਦਾ। ਇਹ ਬਚਨ ਸਮਝਣ ਵਾਲਾ ਹੈ। ਦਾਨ ਜਿਹਨੂੰ ਦੇ ਦਈਏ, ਦਾਨ ਉਹਦਾ ਹੋ ਜਾਂਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਨਾਮ ਦਾਨ ਦੇ। ਜਦੋਂ ਗੁਰੂ ਨਾਮ ਦਾ ਦਾਨ ਦਿੰਦੇ ਜੇ ਸਿੱਖ ਨੂੰ, ਉਹ ਦਾਨ ਸਿੱਖ ਦਾ ਹੀ ਹੋ ਗਿਆ, ਉਹ ਨਾਮ ਸਿੱਖ ਦਾ ਹੀ ਹੋ ਗਿਆ। ਉਹਦੀ ਹੁਣ ਸਿੱਖ ਕਮਾਈ ਕਰੇਗਾ, ਉਹ ਸਿੱਖ ਹੀ ਉਸ ਦਾਨ ਨੂੰ ਅੱਗੇ ਵੰਡੇਗਾ। ਨਾਮ ਦਾਨ ਦੇ ਜਨ ਆਪਣੇ, ਆਪਣੇ ਜਨਾਂ ਭਗਤਾਂ ਗੁਰਮੁਖਾਂ ਨੂੰ ਨਾਮ ਦੇ ਦਾਨ ਦਿੰਦੇ ਹਨ। ਦੁੱਖ ਦਰਦ ਕਾ ਹੰਤਾ, ਸਤਿਗੁਰੂ ਜੀ ਦੁੱਖਾਂ ਤੇ ਦਰਦਾਂ ਨੂੰ ਹੰਤਾ ਕਹੀਏ ਨਾਸ ਕਰ ਦਿੰਦੇ। ਨਾ ਦੁੱਖ ਰਹਿ ਜਾਂਦੇ, ਉਹ ਵੀ ਮੁੱਕ ਜਾਂਦੇ। ਸਰੀਰ ਦੇ ਦੁੱਖ, ਪਰਿਵਾਰ ਦੇ ਦੁੱਖ ਖਤਮ ਹੋ ਜਾਂਦੇ। ਦਰਦ ਜਿਹੜੇ ਸਰੀਰ ਵਿੱਚ ਪੀੜਾ ਉੱਠਦੀਆਂ ਪਈਆਂ, ਮੁਸ਼ਕਲਾਂ, ਬਿਮਾਰੀਆਂ, ਇਹਨਾਂ ਨੂੰ ਵੀ ਸਤਿਗੁਰੂ ਦੂਰ ਕਰ ਦਿੰਦੇ ਹਨ। ਰਹਾਓ ਜਾਂ ਕੇ ਘਰ ਸਭ ਕੁਛ ਹੈ ਭਾਈ, ਨੌ ਨਿਧ ਭਰੇ ਭੰਡਾਰ। ਉਸ ਪ੍ਰਮਾਤਮਾ ਦੇ ਘਰ ਦੇ ਵਿੱਚ ਸਾਰੇ ਹੀ ਪਦਾਰਥ ਨੇ। ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ। ਐਸਾ ਕੋਈ ਪਦਾਰਥ ਨਹੀਂ ਗੁਰੂ ਕੋਲੋਂ ਮੰਗੀਏ ਤੇ ਨਾ ਮਿਲੇ। ਬੇਅੰਤ ਭੰਡਾਰੇ ਪਦਾਰਥ ਸਤਿਗੁਰੂ ਮਾਲਕ ਨੇ। ਮਾਤਾ ਸੁਲੱਖਣੀ ਦੀ ਸਾਖੀ ਪੜ੍ਹਦੇ ਨਾ, ਧੰਨ ਛੇਵੇਂ ਪਾਤਸ਼ਾਹ ਨੂੰ ਆਖਿਆ, ਮਹਾਰਾਜ ਪੁੱਤਰ ਦੀ ਦਾਤ ਦੇਵੋ। ਤੇ ਸਤਿਗੁਰੂ ਕਹਿਣ ਲੱਗੇ, ਪੁੱਤਰ ਕਰਮਾਂ 'ਚ ਨਹੀਂ ਲਿਖਿਆ ਬੀਬੀ, ਮਾਤਾ ਕਰਮਾਂ 'ਚ ਨਹੀਂ ਲਿਖਿਆ, ਕਰਮਾਂ ਤੋਂ ਨਾ ਲਿਖਿਆ ਕਿਵੇਂ ਦਈਏ। ਤੇ ਉਸ ਵੇਲੇ ਮਾਤਾ ਬੀਬੀ ਨੇ ਬੇਨਤੀ ਕੀਤੀ, ਕਹਿਣ ਲੱਗੀ, ਮਹਾਰਾਜ ਕਰਮ ਵੀ ਤੇ ਆਪ ਹੀ ਲਿਖਣ ਵਾਲੇ ਹੋ, ਜੇ ਉੱਥੇ ਨਹੀਂ ਲਿਖਿਆ ਤੇ ਇੱਥੇ ਲਿਖੋ। ਲਿਖਣਾ ਤੇ ਤੁਸੀਂ ਹੈ, ਤੁਸੀਂ ਸਮਰੱਥ ਹੋ। ਜਦੋਂ ਇਹ ਬਚਨ ਕੀਤੇ ਤੇ ਮਹਾਰਾਜ ਸੁਣ ਕੇ ਬੜੇ ਖੁਸ਼ ਹੋਏ, ਬੜੇ ਪ੍ਰਸੰਨ ਹੋਏ। ਉਸ ਦੀ ਇਹ ਅਵਸਥਾ ਜਾਣ ਕੇ, ਇਹ ਸੋਝੀ ਜਾਣ ਕੇ ਬਖਸ਼ਿਸ਼ ਕਰ ਦਿੱਤੀ। ਮਹਾਰਾਜ ਕਹਿਣ ਲੱਗੇ, ਜਾ ਕੇ ਘਰ ਹੈ ਸਭ ਕੁਛ। ਸਤਿਗੁਰਾਂ ਦੇ ਘਰ ਵਿੱਚ ਸਾਰਾ ਕੁਝ ਹੀ ਹੈ। ਜੇ ਪਦਾਰਥ ਕਰਮਾਂ 'ਚ ਲਿਖਿਆ ਤਾਂ ਵੀ,
ਕਰਮਾਂ 'ਚ ਨਹੀਂ ਲਿਖਿਆ ਤੇ ਤਾਂ ਵੀ ਸਤਿਗੁਰੂ ਦੇਣ ਦੀ ਸਮਰੱਥਾ ਰੱਖਦੇ, ਕਰਮ ਲਿਖ ਦਿੰਦੇ, ਐਸੀ ਵੱਡੀ ਦਾਤ ਦਿੰਦੇ ਨੇ। ਨੌਨਦ ਭਰੇ ਭੰਡਾਰ, ਨੌਨਦ ਦੀਆਂ ਰਿੱਧੀਆਂ ਸਿੱਧੀਆਂ ਦੇ ਭੰਡਾਰੇ ਖਜ਼ਾਨੇ ਜਿਹੜੇ ਨੇ ਉਹ ਸਤਿਗੁਰਾਂ ਦੇ ਭਰੇ ਹੋਏ ਹਨ। ਤਿਸ ਕੀ ਕੀਮਤ ਨਾ ਪਵੇ ਭਾਈ, ਊਚਾ ਗਮਾ ਪਾਰ। ਪਰਮਾਤਮਾ ਦੀ ਕੀਮਤ ਕਹੀਏ ਅੰਤ ਨਹੀਂ ਕੋਈ ਪਾ ਸਕਦਾ, ਕੋਈ ਮੁੱਲ ਨਹੀਂ ਲਾ ਸਕਦਾ। ਦੁਨੀਆ ਵਿੱਚ ਪਦਾਰਥ ਦਾ ਮੁੱਲ ਹੈ, ਮਹਿੰਗੀ ਤੋਂ ਮਹਿੰਗੀ ਜਗ੍ਹਾ, ਮਹਿੰਗੇ ਤੋਂ ਮਹਿੰਗਾ ਗਹਿਣਾ, ਮਹਿੰਗੇ ਤੋਂ ਮਹਿੰਗਾ ਹੀਰਾ ਖਰੀਦਿਆ ਜਾ ਸਕਦਾ ਹੈ। ਪਰਮਾਤਮਾ ਦੀ ਕੀਮਤ ਕੋਈ ਨਹੀਂ ਹੈ। ਇਤਿਹਾਸ ਦੇ ਵਿੱਚ ਬਚਨ ਆਉਂਦਾ ਹੈ ਕਿ ਬਾਦਸ਼ਾਹ ਔਰੰਗਜ਼ੇਬ ਨੇ ਇੱਕ ਵਾਰੀ ਇੱਕ ਜੌਹਰੀ ਨੂੰ ਭੇਜਿਆ। ਕਾਹਦੇ ਵਾਸਤੇ? ਹੈਦਰਾਬਾਦ ਨਾਮ ਦਾ ਸ਼ਹਿਰ, ਉੱਥੇ ਇੱਕ ਰਾਜਾ ਰਹਿੰਦਾ। ਉਹਨੇ ਆਪਣੀ ਅੰਗੂਠੀ ਦੇ ਵਿੱਚ ਇੱਕ ਹੀਰਾ ਲਾਇਆ ਹੋਇਆ ਤੇ ਬਾਦਸ਼ਾਹ ਨੇ ਜੌਹਰੀ ਨੂੰ ਭੇਜਿਆ, ਕਹਿਣ ਲੱਗਾ ਜਾ ਪਤਾ ਕਰ ਉਸ ਹੀਰੇ ਦਾ ਕੀ ਮੁੱਲ ਹੈ, ਕੀ ਕੀਮਤ ਹੈ। ਤੇ ਜੌਹਰੀ ਬੜਾ ਸਿਆਣਾ, ਉਸਨੇ ਕੱਪੜੇ ਹੀ ਇਸ ਤਰ੍ਹਾਂ ਦੇ ਪਾਏ, ਜਿਸ ਕੱਪੜੇ ਦੇ ਉੱਪਰ ਇਸ ਤਰ੍ਹਾਂ ਦੀਆਂ ਤਾਰਾਂ ਲੱਗੀਆਂ ਹੋਈਆਂ, ਇਸ ਤਰ੍ਹਾਂ ਦਾ ਸੀਸਾ ਲੱਗਾ ਹੋਇਆ ਕਿ ਉਸ ਹੀਰੇ ਦੀ ਚਮਕ ਮੇਰੇ ਕੱਪੜਿਆਂ ਤੇ ਪਵੇ ਤੇ ਮੈਂ ਉਸ ਵੇਲੇ ਉਹ ਜਾਣ ਸਕਾਂ ਵੀ ਉਹਦੀ ਕੀਮਤ ਕਿੰਨੀ ਹੈ। ਜਦੋਂ ਇਹ ਜੌਹਰੀ ਰਾਜੇ ਦੇ ਸਾਹਮਣੇ ਹੋਇਆ ਤੇ ਉਸ ਰਾਜੇ ਨੇ ਇਸ ਦੇ ਨਾਲ ਮੁਲਾਕਾਤ ਕਿਵੇਂ ਕੀਤੀ ਹੈ? 50 ਕਦਮ ਦੂਰ ਖੜ ਕੇ, ਰਾਜੇ ਨੂੰ ਮਿਲ ਕੋਈ ਨਹੀਂ ਸਕਦਾ, ਉਹਨੂੰ ਪਤਾ ਮੇਰੀ ਅੰਗੂਠੀ ਵਿੱਚ ਬੜਾ ਕੀਮਤੀ ਹੀਰਾ ਹੈ, ਜਿਹੜਾ ਕੋਈ ਚੋਰ ਚਤਰ ਮੇਰੇ ਨੇੜੇ ਆਵੇਗਾ ਉਡਾ ਕੇ ਲੈ ਜਾਏਗਾ। ਰਾਜਾ ਜਿਹਦੇ ਨਾਲ ਮੁਲਾਕਾਤ ਕਰਦਾ ਹੈ, ਇਹ ਕਾਨੂੰਨ ਬਣਾਇਆ ਰਾਜੇ ਨੇ 50 ਕਦਮ ਪਿੱਛੇ ਖੜਨਾ, ਮੇਰੇ ਤੋਂ ਦੂਰੋਂ ਖਲੋ ਕੇ ਗੱਲ ਕਰਨੀ ਹੈ। ਜਦੋਂ ਜੌਹਰੀ ਗਿਆ ਤੇ ਇਸ ਨੂੰ ਵੀ ਹੁਕਮ ਹੋਇਆ ਵੀ 50 ਕਦਮਾਂ ਪਿੱਛੇ ਖੜ ਜਾ, ਰਾਜੇ ਨਾਲ ਗੱਲ ਕਰ ਲੈ ਜੋ ਕਰਨੀ ਹੈ। ਰਾਜੇ ਨੇ ਗੱਲ ਕਰਦਿਆਂ ਕਰਦਿਆਂ ਆਪਣੀਆਂ ਮੁੱਛਾਂ ਤੇ ਹੱਥ ਫੇਰਿਆ ਤੇ ਉਹ ਜਿਹੜਾ ਹੀਰਾ ਸੀ ਨਾ ਮੁੰਦਰੀ ਵਿੱਚ ਲੱਗਾ ਹੋਇਆ, ਉਂਗਲ ਵਿੱਚ ਪਾਇਆ ਹੋਇਆ, ਜਦੋਂ ਮੁੱਛਾਂ ਤੇ ਹੱਥ ਫੇਰਿਆ ਤੇ ਉਸ ਹੀਰੇ ਦੀ ਚਮਕ ਜੌਹਰੀ ਦੇ ਕੱਪੜਿਆਂ ਤੇ ਪਈ। ਜੌਹਰੀ ਬੜਾ ਸਿਆਣਾ, ਉਹਨੇ ਝਾਟੀ ਇਹ ਵੇਖ ਲਿਆ ਵੀ ਹੀਰੇ ਦੀ ਕੀਮਤ ਕਿੰਨੀ ਹੈ, ਜਾਣ ਗਿਆ ਆਪਣੇ ਮਨ ਵਿੱਚ। ਮੁੜ ਆਇਆ ਵਾਪਸ, ਬਾਦਸ਼ਾਹ ਔਰੰਗਜ਼ੇਬ ਨੂੰ ਦੱਸਿਆ। ਬਾਦਸ਼ਾਹ ਨੇ ਪੁੱਛਿਆ ਕਿੰਨੀ ਕੀਮਤ ਹੈ, ਕੀ ਤੈਨੂੰ ਪਤਾ ਲੱਗਾ? ਜੌਹਰੀ ਆਖਦਾ ਜੀ ਜਨਾਬ ਮੈਨੂੰ ਪਤਾ ਲੱਗ ਗਿਆ। ਇੰਨਾ ਸਿਆਣਾ ਹੈ, 50 ਕਦਮ ਦੂਰ ਖਲੋਤਾ ਹੋਇਆ, ਕੇਵਲ ਉਹਦੀ ਚਮਕ ਵੇਖੀ ਹੈ, ਉਹਨੂੰ ਕੀਮਤ ਦਾ ਪਤਾ ਲੱਗ ਗਿਆ ਕਿੰਨੀ ਕੀਮਤ ਹੈ। ਔਰੰਗਜ਼ੇਬ ਨੇ ਪੁੱਛਿਆ ਦੱਸ ਫਿਰ ਕਿੰਨੀ ਕੀਮਤ ਹੈ? ਤੇ ਜੌਹਰੀ ਕਹਿਣ ਲੱਗਾ ਬਾਦਸ਼ਾਹ ਸਲਾਮਤ, ਜਿੰਨੀ ਹਿੰਦੁਸਤਾਨ ਦੀ ਮਾਇਆ ਹੈ, ਜਿੰਨਾ ਧਨ ਤੇਰੇ ਕੋਲ ਹੈ, ਜਿੰਨੀ ਜਗੀਰ ਹਿੰਦੁਸਤਾਨ ਦੀ ਇਹ ਤੇਰੇ ਨਾਮ ਬੋਲਦੀ ਹੈ, ਇਹ ਸਾਰੀ ਜਗੀਰ ਇੱਕ ਪਾਸੇ ਕਰ ਦੇ ਤੇ ਇਸ ਤਰ੍ਹਾਂ ਦੀ 2 ਗੁਣਾ ਜਗੀਰ ਹੋਰ ਲਿਆ, 3 ਗੁਣਾ ਇੰਨਾ ਧਨ ਇਕੱਠਾ ਕਰ ਜਿੰਨਾ ਤੇਰੇ ਕੋਲ ਹੈ, ਇਹਨੂੰ 3 ਗੁਣਾ ਹੋਰ ਇਕੱਠਾ ਕਰ ਲਾ। ਮੰਨ ਲਓ ਜੇ ਤੇਰੇ ਕੋਲ 1 ਰੁਪਈਆ ਤੇ ਉਹਦੇ ਬਜਾਏ 3 ਰੁਪਈਏ ਇਕੱਠੇ ਕਰ, ਜਿੰਨਾ ਧਨ ਹੈ 3 ਗੁਣਾ ਇਕੱਠਾ ਕਰੇਗਾ, ਫਿਰ ਉਸ ਹੀਰੇ ਦੀ ਕੀਮਤ ਹੈ, ਫਿਰ ਉਹ ਖਰੀਦਿਆ ਜਾਏਗਾ, ਉਹ ਇੰਨੇ ਮਹਿੰਗੇ ਮੁੱਲ ਦਾ ਹੈ। ਭਾਵ ਇਹ ਹੈ ਹੀਰਿਆਂ ਦੀ ਕੀਮਤ ਪੈ ਜਾਂਦੀ ਹੈ। ਬੜੇ ਬੜੇ ਜੌਹਰੀ, ਬੜੇ ਬੜੇ ਸੁਨਿਆਰ ਬੈਠੇ ਨੇ, ਗਹਿਣੇ ਦਾ ਮੁੱਲ ਪਾਉਣ ਵਾਲੇ, ਹੀਰੇ ਦਾ ਮੁੱਲ ਪਾਉਣ ਵਾਲੇ, ਹੀਰਿਆਂ ਦਾ ਮੁੱਲ ਪੈ ਜਾਂਦਾ ਹੈ। ਇਹ ਗੱਲ ਵੱਡੀ ਹੈ ਕਿ ਉਹਦਾ ਮੁੱਲ ਵੱਡਾ ਹੋਵੇਗਾ, ਪਰ ਮੁੱਲ ਤੇ ਪੈਂਦਾ ਹੈ ਨਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕੀਮਤ ਪਾਏ ਨਾ ਕਹਿਆ ਜਾਏ, ਪਰਮਾਤਮਾ ਦਾ ਮੁੱਲ ਕੋਈ ਨਹੀਂ ਪਾ ਸਕਦਾ, ਦੱਸ ਨਹੀਂ ਸਕਦਾ ਵੀ ਉਹ ਕਿੰਨਾ ਕੁ ਮਹਿੰਗਾ, ਕਿੱਡਾ ਕੁ ਵੱਡਾ ਹੈ। ਤੇ ਇਸ ਦੀ ਕੀਮਤ ਨਾ ਪਵੇ ਭਾਈ, ਹੈ ਭਾਈ ਭਰਾਵੋ, ਦੀ ਕੀਮਤ ਕੋਈ ਨਹੀਂ ਜੇ ਪਾ ਸਕਦਾ, ਉਹ ਇੰਨਾ ਵੱਡਾ ਹੈ, ਉੱਚਾ ਹੈ, ਮਨ ਦੀ ਗਮਤਾ ਤੋਂ ਪਰੇ ਹੈ, ਪਾਰਾਵਾਰ ਤੋਂ ਰਹਿਤ ਐਸਾ ਹੈ। ਜੀ ਜੰਤ ਪ੍ਰਤਪਾਲ ਦਾ ਭਾਈ, ਜਿੰਨੇ ਜੀਵ ਜੰਤ ਨੇ, ਜੀ ਕਿਹਾ ਜਾਂਦਾ ਛੋਟੇ, ਜੰਤ ਕਿਹਾ ਜਾਂਦਾ ਵੱਡੇ, ਜਿਹੜੇ ਕੀੜੇ ਮਕੌੜੇ ਪੈਰਾਂ ਥੱਲੇ ਆਉਣ ਵਾਲੇ ਛੋਟੇ ਛੋਟੇ ਅਣੂ ਪਰਮਾਣੂ ਕੀਟਾਣੂ ਜਿਹੜੇ ਨੇ, ਇਹਨਾਂ ਨੂੰ ਵੀ ਉਹ ਪਾਲਦਾ ਪਿਆ। ਜਿਹੜੇ ਵੱਡੇ ਵੱਡੇ ਸਰੀਰਾਂ ਵਾਲੇ, ਉਹਨਾਂ ਨੂੰ ਵੀ ਪਰਮਾਤਮਾ ਪਾਲਦਾ ਹੈ। ਨਿਤ ਨਿਤ ਕਰਦਾ ਸਾਰ, ਹਰ ਰੋਜ਼ ਸਾਰਿਆਂ ਦੀ ਸੰਭਾਲ ਕਰਦਾ ਹੈ। ਇਹ ਨਹੀਂ ਵੀ ਇੱਕ ਦਿਨ ਖਾਣਾ ਦਿੱਤਾ ਤੇ ਮੁੜ ਕੇ ਪਰਮਾਤਮਾ ਨੇ ਫਿਕਰ ਲਾਤਾ ਵੀ ਚੱਲ ਹੁਣ ਤੂੰ ਭੁੱਖਾ ਰਹਿ, ਨਹੀਂ, ਹਰ ਰੋਜ਼ ਹਰ ਵੇਲੇ ਸਾਰ ਕਹੀਏ ਸੰਭਾਲ ਕਰਦਾ, ਚੇਤਾ ਰੱਖਦਾ ਵੀ ਇਹਨੂੰ ਮੈਂ ਪੈਦਾ ਕੀਤਾ, ਇਹਨੂੰ ਮੈਂ ਪਾਲਣਾ, ਐਸਾ ਉਹ ਪਰਮਾਤਮਾ ਸਮਰੱਥ ਹੈ। ਸਤਿਗੁਰ ਪੂਰਾ ਭੇਟੀਏ ਭਾਈ, ਭਾਈ ਉਹ ਮਿਲਦਾ ਕਿਵੇਂ ਹੈ? ਜਿਹੜਾ ਪਰਮਾਤਮਾ ਜੀਵ ਜੰਤੂ ਨੂੰ ਪਾਲਦਾ ਮਿਲਦਾ ਕਿਵੇਂ ਹੈ? ਕਹਿਣ ਲੱਗੇ ਸਤਿਗੁਰ ਪੂਰਾ ਭੇਟੀਐ,
ਪਹਿਲਾਂ ਪੂਰੇ ਗੁਰੂ ਨੂੰ ਜਦੋਂ ਮਿਲਦਾ ਹੈ, ਪੂਰੇ ਗੁਰੂ ਨੂੰ ਮਿਲੇਗਾ ਫਿਰ ਉਹ ਪ੍ਰਮਾਤਮਾ ਮਿਲਦਾ ਹੈ। ਸ਼ਬਦ ਮਿਲਾਵਨ ਹਾਰ ਸਤਿਗੁਰੂ ਦੀ ਸ਼ਬਦ ਬਖਸ਼ਿਸ਼ ਕਰਦੇ ਤਾਂ ਉਹ ਪ੍ਰਮਾਤਮਾ ਮਿਲਦਾ ਹੈ। ਸੱਚੇ ਚਰਨ ਸਰੇਵੀਏ ਭਾਈ, ਉਹ ਸੱਚੇ ਅਕਾਲ ਪੁਰਖ ਦੇ ਚਰਨਾਂ ਦੀ ਸੇਵਾ ਕਰੀਏ ਭਾਈ, ਜੋ ਸਾਰਿਆਂ ਨੂੰ ਬਖਸ਼ਿਸ਼ ਕਰਨ ਵਾਲਾ ਹੈ। ਭਰਮ ਪਹੁਆ ਨਾਸ, ਤੇਰੇ ਸਾਰੇ ਭਰਮ ਦੂਰ ਹੋ ਜਾਣਗੇ, ਡਰ ਵੀ ਖਤਮ ਹੋ ਜਾਣਗੇ। ਇਹ 5 ਪ੍ਰਕਾਰ ਦਾ ਭਰਮ ਪਿਆ ਹੋਇਆ, ਇਹ ਕਈ ਤਰ੍ਹਾਂ ਦੇ ਸਾਡੇ ਮਨ ਵਿੱਚ ਡਰ ਪਏ ਹੋਏ, ਇਹ ਸਾਰੇ ਡਰ ਤੇ ਸਾਰੇ ਭਰਮ ਜਿਹੜੇ ਨੇ ਉਹ ਸਤਿਗੁਰੂ ਦੂਰ ਕਰ ਦਿੰਦੇ ਹਨ। ਮਿਲ ਸੰਤ ਸਭਾ ਮਨ ਮਾਂਜੀਏ ਭਾਈ, ਭਾਈ ਸਾਡਾ ਜਿਹੜਾ ਮਨ ਹੈ ਨਾ ਗੁਰਮੁਖੋ, ਇਹ ਵੀ ਇੱਕ ਭਾਂਡਾ ਹੀ ਹੈ, ਤੇ ਜੇ ਝੂਠੇ ਭਾਂਡੇ ਵਿੱਚ, ਖਰਾਬ ਭਾਂਡੇ ਵਿੱਚ ਵਸਤੂ ਪਾਵਾਂਗੇ ਨਾ ਤੇ ਉਹ ਵਸਤੂ ਖਰਾਬ ਹੋ ਜਾਂਦੀ ਹੈ। ਜਿਵੇਂ ਭਾਂਡਾ ਮਾਂਜ ਕੇ ਵਸਤੂ ਪਾਈਏ ਤੇ ਸਾਫ਼ ਰਹਿੰਦੀ ਹੈ, ਇਸੇ ਤਰ੍ਹਾਂ ਇਹ ਸਾਡਾ ਮਨ ਵੀ ਇੱਕ ਭਾਂਡਾ ਹੈ, ਇਸ ਨੂੰ ਮਾਂਜਿਆ ਜਾਣਾ ਸੰਗਤ ਵਿੱਚ ਆ ਕੇ। ਇਹ ਜੋ ਸੰਗਤ ਵਿੱਚ ਆਪਾਂ ਆ ਕੇ ਬੈਠੇ ਹਾਂ, ਗੁਰਬਾਣੀ ਦੀ ਕਥਾ ਸੁਣਦੇ ਪਏ, ਇਹ ਬੜਾ ਵੱਡਾ ਸਾਡੇ ਕੋਲ ਖਜ਼ਾਨਾ ਹੈ। ਭਾਵੇਂ ਸਾਨੂੰ ਸਾਰ ਹੈ ਤੇ ਭਾਵੇਂ ਸਾਰ ਨਹੀਂ ਹੈ, ਪਰ ਇਹ ਖਜ਼ਾਨਾ ਮਿਲਣਾ ਨਹੀਂ ਕਿਤੇੋਂ, ਜਿਹੜਾ ਸਾਨੂੰ ਇਸ ਵੇਲੇ ਸੋਝੀ ਮਿਲਦੀ ਪਈ ਹੈ। ਅਸੀਂ ਕੀਰਤਨ ਸੁਣਦੇ ਹਾਂ, ਪਾਠ ਸੁਣਦੇ ਹਾਂ, ਸਾਨੂੰ ਸਾਰੀਆਂ ਗੱਲਾਂ ਸਮਝ ਨਹੀਂ ਪੈਂਦੀਆਂ। ਕੀਰਤਨ ਵਿੱਚ ਕੀ ਸ਼ਬਦ ਪੜਿਆ, ਉਹਦਾ ਮਤਲਬ ਕੀ ਹੈ, ਸਾਰਿਆਂ ਨੂੰ ਨਹੀਂ ਪਤਾ ਲੱਗੇਗਾ। ਪਾਠ ਹੁੰਦਾ ਪਿਆ, ਇਹਦੇ ਅਰਥ ਕੀ ਬਣਦੇ ਨੇ, ਉਹਦਾ ਸਾਰਿਆਂ ਨੂੰ ਪਤਾ ਨਹੀਂ ਲੱਗੇਗਾ। ਕੋਈ ਕੋਈ ਜਾਣ ਸਕਦਾ ਹੈ, ਪਰ ਗੁਰਮੁਖੋ ਕਥਾ ਇੱਕ ਇਹੋ ਜੀ ਵੱਡੀ ਦਾਤ ਹੈ ਕਿ ਇਹਦਾ ਸਾਰਿਆਂ ਨੂੰ ਗਿਆਨ ਮਿਲਦਾ, ਸਭ ਨੂੰ ਸੋਝੀ ਮਿਲਦੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਸੰਤ ਸਭਾ ਮਨ ਮਾਂਜੀ ਹੈ ਭਾਈ। ਇਹ ਜਿਹੜੀ ਗੁਰੂ ਕੀ ਸੰਗਤ ਹੈ ਨਾ, ਇੱਥੇ ਜਿਹੜਾ ਗਿਆਨ ਮਿਲਦਾ ਪਿਆ, ਇਹ ਅਸੀਂ ਆਪਣੇ ਮਨ ਨੂੰ ਮਾਂਜਦੇ ਪਏ ਹਾਂ, ਸਾਫ਼ ਕਰਦੇ ਪਏ ਹਾਂ। ਹਰ ਕੈ ਨਾਮ ਨਿਵਾਸ, ਜਦੋਂ ਇਹ ਭਾਂਡਾ ਸਾਫ਼ ਹੋ ਗਿਆ ਨਾ, ਮਨ ਰੂਪੀ ਭਾਂਡਾ, ਫਿਰ ਹਰੀ ਦਾ ਨਾਮ ਇੱਥੇ ਨਿਵਾਸ ਕਰੇਗਾ, ਕਿਉਂਕਿ ਉਹ ਪ੍ਰਮਾਤਮਾ ਫਿਰ ਆ ਕੇ ਵਾਸਾ ਕਰਦਾ ਹੈ। ਮਿਟਾ ਅੰਧੇਰਾ ਅਗਿਆਨਤਾ ਭਾਈ, ਸਤਿਗੁਰੂ ਕਿਰਪਾ ਕਰਦੇ ਨੇ ਅੰਧੇਰਾ ਅਗਿਆਨਤਾ ਦਾ, ਮਨਮੁਖਤਾਈ ਦਾ, ਇਹ ਚੰਚਲਤਾਈ ਦੇ ਸਾਰੇ ਹਨੇਰੇ ਖਤਮ ਹੋ ਜਾਂਦੇ ਹਨ। ਕਮਲ ਹੋਵਾ ਪ੍ਰਗਾਸ, ਸਤਿਗੁਰੂ ਪਾਤਸ਼ਾਹ ਗੁਰਮੁਖੋ ਸੂਰਜ ਵਾਂਗ ਨੇ, ਸੂਰਜ ਚੜ ਜਾਂਦਾ ਹੈ, ਹਨੇਰਾ ਖਤਮ ਹੋ ਜਾਂਦਾ ਹੈ, ਕਮਲ ਦਾ ਫੁੱਲ ਖਿੜ ਜਾਂਦਾ ਹੈ। ਜਦੋਂ ਗੁਰੂ ਦੇ ਗਿਆਨ ਦਾ ਸੂਰਜ ਚੜ੍ਹੇਗਾ ਨਾ, ਉਸ ਵੇਲੇ ਤੁਹਾਡੇ ਮਨ ਰੂਪੀ ਕਮਲ ਖਿੜ ਜਾਣਗੇ, ਹਿਰਦਾ ਕਮਲ ਖਿੜ ਜਾਏਗਾ, ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਅਗਿਆਨਤਾ ਰੂਪੀ ਹਨੇਰਾ ਮੁੱਕ ਜਾਏਗਾ। ਐਸੀ ਬਖਸ਼ਿਸ਼ ਮਹਾਰਾਜ ਕਰਦੇ ਹਨ। ਗੁਰ ਬਚਨੇ ਸੁਖ ਉਪਜੇ ਭਾਈ, ਇਹ ਗੁਰੂ ਦੇ ਬਚਨਾਂ ਦੇ ਨਾਲ ਹੀ ਭਾਈ ਸੁਖ ਮਿਲਦਾ ਹੈ। ਜੇ ਗੁਰੂ ਕਿਰਪਾ ਕਰੇ ਤੇ ਦੁਖੀਆਂ ਨੂੰ ਵੀ ਮਹਾਰਾਜ ਸੁਖੀ ਕਰ ਦਿੰਦੇ। ਆਪਾਂ ਬਚਨ ਪੜ੍ਹਦੇ ਆ ਨਾ, 7 ਘਰਾਣੇ ਦਾ ਸ਼ਾਹੂਕਾਰ, ਬੜਾ ਅਮੀਰ ਆਦਮੀ ਹੈ, ਪਰ ਇੰਨੀ ਅਮੀਰੀ ਦੇ ਹੋਣ ਦੇ ਬਾਵਜੂਦ ਵੀ ਰੋਂਦਾ ਪਿਆ, ਤੇ ਸਤਿਗੁਰੂ ਜੀਆਂ ਨੇ ਫਿਰ ਉਪਦੇਸ਼ ਦਿੱਤਾ, ਕਹਿਣ ਲੱਗੇ ਸਹੰਸਰ ਦਾਨ ਦੇ ਇੰਦਰ ਰਵਾਇਆ, ਪਰਸਰਾਮ ਰੂਵੈ ਘਰ ਆਇਆ, ਅਜੈਸ ਰੂਵੈ ਭਿਖਿਆ ਖਾਏ, ਐਸੀ ਦਰਗਹ ਮਿਲੈ ਸਜਾਏ, ਰੂਵੈ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਿਆ। ਇਹ ਸ਼ਬਦ ਬਖਸ਼ਿਸ਼ ਕੀਤਾ, ਤੇ ਫਿਰ ਮਹਾਰਾਜ ਨੇ ਆਖਿਆ ਬਾਲੀ ਰੂਵੈ ਨਾਹੇ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਇਹ ਬਚਨ ਕਹਿ ਕੇ ਉਹ ਸ਼ਾਹੂਕਾਰ ਨੂੰ ਮਹਾਰਾਜ ਜੀਆਂ ਨੇ ਸੁਖ ਦੀ ਦਾਤ ਬਖਸ਼ਿਸ਼ ਕੀਤੀ। ਮਹਾਰਾਜ ਕਹਿਣ ਲੱਗੇ ਸਤਿਗੁਰ ਤੇ ਸੁਖ ਉਪਜੈ ਭਾਈ, ਗੁਰੂ ਕੋਲੋਂ ਸੁਖ ਪ੍ਰਾਪਤ ਹੁੰਦੇ ਹਨ। ਸਭ ਫਲ ਸਤਿਗੁਰ ਪਾਸ, ਸਾਰੇ ਫਲ ਜਿਹੜੇ ਨੇ ਉਹ ਸਤਿਗੁਰਾਂ ਦੇ ਕੋਲ ਨੇ। ਜਿਤੜੇ ਫਲ ਮਨ ਬਾਚੀਐ ਤਿਤੜੇ ਸਤਿਗੁਰ ਪਾਸ। ਜਿਹੜਾ ਵੀ ਫਲ ਲੈਣਾ ਚਾਹੁੰਦਾ ਸਤਿਗੁਰੂ ਬਖਸ਼ਿਸ਼ ਕਰਦੇ ਹਨ। ਮੇਰਾ ਤੇਰਾ ਛੋਡੀਏ ਭਾਈ, ਇਸ ਦੁਨੀਆ ਵਿੱਚ ਆ ਕੇ ਮੇਰਾ ਤੇਰਾ ਛੱਡ ਦੇ, ਇਹ ਪਦਾਰਥ ਮੇਰਾ। ਅਸੀਂ ਤੇ ਆਪਣੇ ਪਦਾਰਥਾਂ ਵਾਸਤੇ ਦੁਨੀਆ ਨਾਲ ਲੜਦੇ ਰਹਿੰਦੇ, ਇੱਕ ਦੂਜੇ ਨਾਲ ਮਾੜਾ ਚੰਗਾ ਬੋਲਦੇ, ਇੱਕ ਦੂਜੇ ਨਾਲ ਝਗੜਾ ਕਰਦੇ। ਮਹਾਰਾਜ ਕਹਿਣ ਲੱਗੇ ਬਿਨਸੈ ਮੋਹ ਮੇਰਾ ਅਰ ਤੇਰਾ, ਬਿਨਸੈ ਆਪਣੀ ਧਾਰੀ, ਸੰਤੋ ਇਹਾ ਬਤਾਵਹੁ ਕਾਰੀ। ਐ ਸਾਧੂ ਮਹਾਤਮਾ ਇਹ ਦਵਾਈ ਦੱਸ ਦਿਓ, ਇਹ ਮੋਹ ਮੇਰ ਤੇਰ ਦਾ ਖਤਮ ਹੋ ਜਾਵੇ। ਇੱਥੇ ਮਹਾਰਾਜ ਕਹਿਣ ਲੱਗੇ ਮੇਰਾ ਤੇਰਾ ਛੋਡੀਐ ਭਾਈ, ਇਹ ਪਦਾਰਥ ਮੇਰਾ, ਦੁਨੀਆ ਨਾਲ ਲੜਦਾ, ਇਹ ਗੱਲ ਛੱਡ ਦੇ। ਇਹ ਵਸਤੂ ਤੇਰੀ ਹੈ, ਇਹ ਮਾੜੀ ਮੈਂ ਨਹੀਂ ਰੱਖਣੀ ਹੈ, ਇਹ ਵੀ ਛੱਡ ਦੇ। ਮੇਰਾ ਤੇਰਾ ਛੋਡੀਐ ਭਾਈ, ਇਹ ਮੇਰ ਤੇਰ ਨੂੰ ਛੱਡ ਦੇਣਾ ਕਰ। ਹੋਈਐ ਸਭ ਕੀ ਧੂਰ, ਸੰਸਾਰ ਵਿੱਚ ਆ ਕੇ ਸਾਰਿਆਂ ਦੀ ਚਰਨਾਂ ਦੀ ਧੂੜੀ ਬਣ ਜਾ। ਨਿਮਰਤਾ ਰੱਖ, ਪ੍ਰੇਮ ਰੱਖ, ਤਾਂ ਤੇਰਾ ਤਰਨਾ ਹੋਣਾ ਹੈ। ਘਟ ਘਟ ਬ੍ਰਹਮ ਪਸਾਰਿਆ ਭਾਈ, ਉਹ ਜਿਹੜਾ ਬ੍ਰਹਮ ਹੈ ਨਾ, ਹਰੇਕ ਘਟ ਹਿਰਦੇ ਵਿੱਚ, ਹਰੇਕ ਕਣ ਵਿੱਚ ਸਮਾਇਆ ਹੋਇਆ। ਘਟ ਘਟ ਤੋਂ ਭਾਵ ਹੁੰਦਾ ਹਰੇਕ ਹਿਰਦਾ, ਹਰੇਕ ਮਨ ਵਿੱਚ ਉਹ ਪਰਮਾਤਮਾ ਬੈਠਾ ਹੈ। ਜਾਂ ਆਪਾਂ ਸੌਖਾ ਸਮਝਣ ਵਾਸਤੇ ਕਹਿ ਲਈਏ ਉਹ ਇੱਕ ਇੱਕ ਕਣ ਵਿੱਚ ਬੈਠਾ ਹੋਇਆ।
ਹਵਾ ਦੇ ਇੱਕ ਇੱਕ ਕਣ ਵਿੱਚ ਬੈਠਾ ਹੋਇਆ ਹੈ, ਮਿੱਟੀ ਦੇ ਇੱਕ ਇੱਕ ਕਣ ਵਿੱਚ ਉਹ ਪ੍ਰਮਾਤਮਾ ਆਪ ਨਿਵਾਸ ਕਰਦਾ ਹੈ। ਵੇਖੈ ਸੁਣੈ ਹਜੂਰ, ਪ੍ਰਮਾਤਮਾ ਸਦਾ ਤੈਨੂੰ ਵੇਖਦਾ ਪਿਆ ਤੇ ਸਦਾ ਹੀ ਤੈਨੂੰ ਸੁਣਦਾ ਪਿਆ। ਕਈ ਵਾਰੀ ਆਪਾਂ ਬਹੁਤੇ ਦੁਖੀ ਹੋਈਏ ਨਾ ਤੇ ਫਿਰ ਸਾਡੇ ਮੂੰਹ ਇਹ ਗੱਲ ਨਿਕਲਦੀ ਹੈ, ਪਰਮਾਤਮਾ ਜੇ ਤੂੰ ਮੈਨੂੰ ਵੇਖਦਾ ਤੇ ਮੇਰੇ ਤੇ ਕਿਰਪਾ ਕਰ। ਜਾਂ ਅਸੀਂ ਕਹਿ ਦਿੰਦੇ ਜੇ ਤੂੰ ਮੈਨੂੰ ਵੇਖਦਾ ਤੇ ਮੈਨੂੰ ਇਸ ਮੁਸੀਬਤ ਵਿੱਚੋਂ ਬਚਾ। ਪਰ ਗੁਰਮੁਖੋ ਉਹ ਸਮਾਂ ਤੇ ਕਦੇ ਆਉਂਦਾ ਹੀ ਨਹੀਂ ਜਿਹੜਾ ਜਦੋਂ ਪਰਮਾਤਮਾ ਸਾਨੂੰ ਵੇਖਦਾ ਨਹੀਂ। ਉਹ ਤੇ ਸਮਾਂ ਕਦੇ ਨਹੀਂ ਆਉਂਦਾ ਜਦੋਂ ਪਰਮਾਤਮਾ ਸਾਨੂੰ ਸੁਣਦਾ ਨਹੀਂ। ਸਦ ਸੁਣਦਾ ਸਦ ਵੇਖਦਾ, ਇਹ ਗੁਰਬਾਣੀ ਦਾ ਬਚਨ ਗੁਰੂ ਗ੍ਰੰਥ ਸਾਹਿਬ ਜੀਆਂ ਦਾ, ਉਹ ਸਦਾ ਹੀ ਸੁਣਦਾ ਪਿਆ, ਸਦਾ ਹੀ ਵੇਖਦਾ ਪਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪੇਖੈ ਸੁਣੈ ਹਜੂਰ, ਉਹ ਸੁਣਦਾ ਵੀ ਹੈ, ਉਹ ਵੇਖਦਾ ਵੀ ਹੈ। ਉਹ ਰਹਿੰਦਾ ਕਿੱਥੇ ਹੈ? ਕਹਿੰਦੇ ਹਜੂਰ ਤੇਰੇ ਬਿਲਕੁਲ ਕੋਲ ਹੀ ਬੈਠਾ, ਤੇਰੇ ਅੰਦਰ ਬੈਠਾ ਹੋਇਆ। ਕੀ ਚੱਲਦਾ ਪਿਆ, ਕੀ ਤੂੰ ਚਾਹਣਾ, ਉਹ ਤੇ ਸਭ ਕੁਝ ਜਾਣਦਾ ਹੈ। ਜਿਸ ਦਿਨ ਵਿਸਰੈ ਪਾਰ ਬ੍ਰਹਮ ਭਾਈ, ਮੁਖਾਂ ਦੀ ਅਵਸਥਾ ਹੈ। ਗੁਰੂਆਂ ਕਹਿੰਦੇ ਜਦੋਂ ਪ੍ਰਮਾਤਮਾ ਸਾਨੂੰ ਜਿਸ ਦਿਨ ਭੁੱਲ ਜਾਂਦਾ ਹੈ, ਇਸ ਦਿਨ ਮਰਿਆ ਝੂਰ, ਤੇ ਝੁਰ ਝੁਰ ਕੇ ਮਰਨਾ ਹੁੰਦਾ। ਝੁਰ ਝੁਰ ਤੋਂ ਭਾਵ ਹੁੰਦਾ ਪਛਤਾ ਕੇ ਆਪਣੇ ਗਲਤੀ ਦਾ ਵਾਰ-ਵਾਰ ਜ਼ਿਕਰ ਕਰਨਾ। ਮੇਰੇ ਕੋਲੋਂ ਇਹ ਗਲਤੀ ਹੋਈ, ਨਾ ਹੁੰਦੀ ਤੇ ਇਹ ਕੰਮ ਹੋ ਜਾਂਦਾ। ਫਿਰ ਜਿਨ੍ਹਾਂ ਗੁਰਮੁਖਾਂ ਨੂੰ ਇੱਕ ਦਿਨ ਵਾਸਤੇ ਵੀ ਉਹ ਭੁੱਲ ਜਾਂਦਾ ਹੈ ਨਾ, ਉਹ ਫਿਰ ਝੁਰ ਝੁਰ ਕੇ ਕਹਿੰਦੇ ਸਾਡਾ ਮਰਨਾ ਹੋ ਜਾਂਦਾ ਹੈ। ਮਹਾਰਾਜ ਜੀਆਂ ਦਾ ਬਚਨ ਹੈ, ਕਹਿਣ ਲੱਗੇ ਪ੍ਰਮਾਤਮਾ ਇੱਕ ਘੜੀ ਵੀ ਜੇ ਤੇਰਾ ਨਾਮ ਭੁੱਲ ਜਾਵੇ ਨਾ ਤੇ ਸਾਡੇ ਤੋਂ ਉਹ ਇੱਕ ਘੜੀ ਸਾਹਮਣੀ ਬੜੀ ਔਖੀ ਹੋ ਜਾਂਦੀ ਹੈ। ਸੋ ਇਹ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਐਸੀ ਉਹਨਾਂ ਦੀ ਬੇਨਤੀ ਪ੍ਰਾਰਥਨਾ ਹੈ। ਇਹ ਘੜੀ ਦਾ ਸਮਾਂ ਵੀ ਤੇਤੋਂ ਅਸੀਂ ਦੂਰ ਨਹੀਂ ਰਹਿ ਸਕਦੇ। ਇਸ ਤਰ੍ਹਾਂ ਦੇ ਗੁਰਮੁਖ ਹਨ। ਕਰਨ ਕਰਾਵਨ ਸਮਰਥੋ ਭਾਈ, ਪਰਮਾਤਮਾ ਸਾਰੇ ਕੰਮਾਂ ਨੂੰ ਕਰਨ ਔਰ ਤੇ ਸਾਰੇ ਕੰਮਾਂ ਨੂੰ ਕਰਾਉਣ ਦੀ ਸਮਰੱਥਾ ਰੱਖਦਾ। ਕਰਨਾ ਤਾਂ ਉਹਨੇ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਰੇ, ਪਰ ਜੇ ਕਿਸੇ ਤੋਂ ਕਰਾਉਣਾ ਚਾਹਵੇ ਨਾ ਤੇ ਮਹਾਰਾਜ ਕਹਿਣ ਲੱਗੇ ਕੀੜਾ ਥਾਪ ਦੇ ਪਾਤਸ਼ਾਹੀ, ਲਸ਼ਕਰ ਕਰੇ ਸਵਾਹ। ਐਸੀ ਤਾਕਤ ਵੀ ਉਹ ਦਿੰਦਾ, ਕੀੜਿਆਂ ਨੂੰ ਰਾਜ ਭਾਗ ਬਖਸ਼ਿਸ਼ ਕਰ ਦਿੰਦਾ। ਜਿਹੜੇ ਕੀੜਿਆਂ ਦੀ ਨਿਆਈ ਕਮਜ਼ੋਰ ਨੇ, ਮਹਾਤੜ ਨੇ, ਉਹਨਾਂ ਦੇ ਉੱਤੇ ਕਿਰਪਾ ਕਰਦਾ। ਧੰਨ ਦਸਵੇਂ ਪਾਤਸ਼ਾਹ ਨੇ ਆਖਿਆ ਇਹਨ ਗਰੀਬ ਸਿੱਖਣ ਕੋ ਦਿਓ ਪਾਤਸ਼ਾਹੀ। ਇਹ ਸਮਰੱਥਾ ਰੱਖਦੇ ਮਹਾਰਾਜ ਜੀ। ਜਿਨ੍ਹਾਂ ਨੂੰ ਕੋਈ ਨੌਕਰ ਰੱਖਣਾ ਵੀ ਨਹੀਂ ਚਾਹੁੰਦਾ ਹੈ, ਉਹਨਾਂ ਨੂੰ ਮਹਾਰਾਜ ਨੇ ਆਖਿਆ ਰਾਜ ਭਾਗ ਦੇ ਕੇ ਰਾਜੇ ਬਣਾ ਦੇਵਾਂਗੇ। ਇਹ ਸਮਰੱਥਾ ਹੈ। ਕਰਨ ਕਾਰਨ ਸਮਰੱਥੋ ਪਾਈ, ਕਰ ਵੀ ਸਕਦੇ ਮਹਾਰਾਜ ਔਰ ਕਰਾ ਵੀ ਸਕਦੇ। ਤੇ ਫਿਰ ਕਰਾਇਆ ਹੈ ਨਾ ਬੰਦਾ ਸਿੰਘ ਬਹਾਦਰ ਦੇ ਰਾਹੀਂ ਸਰਹੰਦ ਦੀ ਇੱਟ ਦੇ ਨਾਲ ਇੱਟ ਵਜਾ ਦਿੱਤੀ। ਮਹਾਰਾਜਾ ਰਣਜੀਤ ਸਿੰਘ ਨੇ ਤਖਤ ਤੇ ਬੈਠ ਕੇ ਰਾਜ ਭਾਗ ਸਾਂਭ ਲਿਆ। ਇਹ ਸਮਰੱਥਾ ਹੈ। ਮਹਾਰਾਜ ਜੋ ਚਾਹਣ ਉਹ ਕਰਵਾ ਸਕਦੇ ਹਨ। ਸਰਬ ਕਲਾ ਭਰਪੂਰ, ਨਾਮ ਗੁਰਮੁਖੋ ਸ਼ਕਤੀ ਦਾ ਹੈ। ਸਤਿਗੁਰੂ ਹਰੇਕ ਸ਼ਕਤੀ ਦੇ ਨਾਲ ਪਰਿਪੂਰਨ ਨੇ, ਜੋ ਚਾਹਣ ਉਹ ਕਰਦੇ ਹਨ। ਪ੍ਰੇਮ ਪਦਾਰਥ ਨਾਮ ਹੈ ਭਾਈ, ਗੁਰਮੁਖੋ ਇਹ ਨਾਮ ਜਿਹੜਾ ਹੈ ਨਾ, ਇਹ ਪ੍ਰੇਮ ਰੂਪੀ ਪਦਾਰਥ ਹੈ। ਨਾਮ ਦਾ ਹੀ ਪ੍ਰੇਮ ਪਦਾਰਥ ਹੈ। ਮਾਇਆ ਮੋਹ ਵਿਨਾਸ਼, ਮਾਇਆ ਦਾ ਮੋਹ ਤੇ ਨਾਸ਼ ਕਰਨ ਵਾਲਾ। ਜਿਹਨੂੰ ਮਾਇਆ ਦਾ ਮੋਹ ਪੈ ਗਿਆ ਨਾ, ਉਹ ਸਮਝ ਲਓ ਅੱਜ ਨਹੀਂ ਤੇ ਕੱਲ ਡੁੱਬਣ ਵਾਲਾ ਹੀ ਹੈ, ਡੁੱਬੀ ਜਾਣਾ ਹੈ। ਜਹਾਜ਼ ਦੇ ਵਿੱਚ ਜੇ ਛੇਦ ਹੋ ਜਾਵੇ ਨਾ ਤੇ ਸਮਝ ਲਓ ਵੀ ਉਹ ਜਹਾਜ਼ ਜਿਹੜਾ ਪਾਣੀ ਵਿੱਚ ਡੁੱਬਣ ਵਾਲਾ ਹੀ ਹੈ, ਕਿਉਂਕਿ ਛੇਦ ਰਾਹੀਂ ਪਾਣੀ ਅੰਦਰ ਆਏਗਾ, ਜਹਾਜ਼ ਨੇ ਡੁੱਬ ਜਾਣਾ ਹੈ। ਇਸੇ ਤਰ੍ਹਾਂ ਮਾਇਆ ਜਿਹੜੀ ਗੁਜਰਾਨ ਹੈ, ਇਹ ਮਹਾਰਾਜ ਨੇ ਲਿਖਿਆ ਮਾਇਆ ਹੋਣੀ ਵੀ ਚਾਹੀਦੀ ਹੈ। ਕਾਹਦੇ ਵਾਸਤੇ? ਗੁਜ਼ਾਰਾ ਕਰਨ ਵਾਸਤੇ। ਦਵਾਈ ਬੂਟੀ ਲੈਣੀ ਹੈ, ਰਿਸ਼ਤੇਦਾਰੀ ਤੇ ਜਾਣਾ ਹੈ, ਭੋਜਨ ਪ੍ਰਸ਼ਾਦਾ ਛਕਣਾ, ਬੱਚਿਆਂ ਦੀਆਂ ਆਪਣੀਆਂ ਲੋੜਾਂ ਪੂਰੀਆਂ ਕਰਨੀਆਂ, ਇਹ ਗੁਜਰਾਨ ਤੇ ਠੀਕ ਹੈ। ਪਰ ਕਈ ਵਾਰੀ ਮਨੁੱਖ ਇੰਨਾ ਅੰਨਾ ਹੋ ਜਾਂਦਾ, ਮਾਇਆ ਧਾਰੀ ਅੱਤ ਅੰਨਾ ਬੋਲਾ ਹੀ ਬਣ ਗਿਆ। ਕਿਸੇ ਦੀ ਫਰਿਆਦ ਨਹੀਂ ਸੁਣਦਾ, ਕਿਸੇ ਦਾ ਦੁੱਖ ਨਹੀਂ ਵੇਖਦਾ, ਬਸ ਲੁੱਟਣ ਤੇ ਲੱਗਾ ਹੋਇਆ, ਬਦਸੀਸਾ ਲੈਣ ਵਾਸਤੇ ਲੱਗਾ ਹੋਇਆ। ਉਹ ਪਾਪ ਹੈ। ਪਾਤਸ਼ਾਹ ਕਹਿਣ ਲੱਗੇ ਮਾਇਆ ਮੋਹ ਵਿਨਾਸ਼, ਮਾਇਆ ਦਾ ਮੋਹ ਨਾਸ਼ ਕਰ ਦਿੰਦਾ, ਖਤਮ ਕਰ ਦਿੰਦਾ। ਜਿਹੜੇ ਮਾਇਆ ਦੇ ਮੋਹ ਵਿੱਚ ਪਏ ਉਹ ਨਾਸ਼ ਹੋ ਗਏ। ਪਰ ਜਿਨ੍ਹਾਂ ਨੇ ਗੁਜਰਾਨ ਕੀਤਾ ਹੈ, ਉਹ ਚੜ੍ਹਦੀ ਕਲਾ ਵਿੱਚ, ਉਹਨਾਂ ਨੂੰ ਪ੍ਰੇਮ ਰੂਪੀ ਪਦਾਰਥ ਨਾਮ ਪ੍ਰਾਪਤ ਹੁੰਦਾ ਹੈ। ਤਿਸ ਭਾਵੇ ਤਾਂ ਮੇਲੇ ਭਾਈ, ਸਤਿਗੁਰੂ ਨੂੰ ਭਾ ਜਾਵੇ, ਚੰਗੇ ਲੱਗੀਏ, ਮਹਾਰਾਜ ਖੁਸ਼ ਹੋ ਜਾਣ ਤੇ ਫਿਰ ਇਸ ਜੀਵ ਨੂੰ ਆਪਣੇ ਨਾਲ ਮਿਲਦੇ ਹਨ। ਹਿਰਦੈ ਨਾਮ ਨਿਵਾਸ, ਮਹਾਰਾਜ ਹਿਰਦੇ ਵਿੱਚ ਨਾਮ ਦਾ ਨਿਵਾਸ ਕਰਵਾ ਦਿੰਦੇ, ਨਾਮ ਟਿਕਾ ਦਿੰਦੇ ਹਨ। ਗੁਰਮੁਖ ਕਮਲ ਪ੍ਰਗਾਸੀਏ ਭਾਈ, ਗੁਰਮੁਖ ਨੇ ਉਹਨਾਂ ਦਾ ਹਿਰਦੇ ਕਮਲ ਖਿੜ ਦਿੰਦਾ ਹੈ। ਹਿਰਦੈ ਹੋਵੇ ਪ੍ਰਗਾਸ, ਹਿਰਦੇ ਵਿੱਚ ਗੁਰਮੁਖੋ ਪ੍ਰਕਾਸ਼ ਹੋ ਜਾਂਦਾ ਹੈ। ਹਿਰਦੇ ਵਿੱਚ ਨਾਮ ਦਾ ਨਿਵਾਸ ਹੁੰਦਾ ਹੈ। ਪ੍ਰਗਟ ਭਇਆ ਪ੍ਰਤਾਪ ਪ੍ਰਭ ਭਾਈ, ਭਾਈ ਉਸ ਪਰਮਾਤਮਾ ਦਾ ਪ੍ਰਤਾਪ
ਸਾਰੇ ਥਾਵਾਂ ਤੇ ਪ੍ਰਗਟ ਹੀ ਹੈ। ਕੋਈ ਇਹੋ ਜੀ ਜਗ੍ਹਾ ਨਹੀਂ ਜਿੱਥੇ ਉਹਦੇ ਪ੍ਰਤਾਪ ਨੂੰ ਕੋਈ ਨਹੀਂ ਜਾਣਦਾ, ਉਹਦੀ ਮਹਿਮਾ ਨੂੰ ਤੇ ਸਾਰੇ ਜਾਣਦੇ ਹਨ। ਮੌਲਿਆ ਧਰਤ ਆਕਾਸ਼, ਪਰਮਾਤਮਾ ਧਰਤੀ ਵਿੱਚ ਤੇ ਆਕਾਸ਼ ਵਿੱਚ ਮੌਲਿਆ ਕਹੀਏ ਸਮਾਇਆ ਹੋਇਆ ਹੈ, ਸਮਾਇਆ ਹੋਇਆ, ਮਿਲਿਆ ਹੋਇਆ ਹੈ। ਗੁਰਮੁਖੋ ਇਹ ਜੋ ਆਪਾਂ ਸ਼ਬਦ ਸਰਵਣ ਕਰ ਰਹੇ ਹਾਂ ਨਾ, ਇਹ ਕਾਫੀ ਵੱਡਾ ਸ਼ਬਦ ਅਸ਼ਟਪਦੀਆਂ ਦੇ ਰੂਪ ਵਿੱਚ ਮਹਾਰਾਜ ਨੇ ਸਾਨੂੰ ਬਖਸ਼ਿਆ, ਤਾਂ ਆਪਾਂ ਇਹਦੇ ਅਖਰੀ ਅਰਥ ਸਰਵਣ ਕਰਕੇ ਤੁਰੇ ਜਾ ਰਹੇ ਹਾਂ, ਕਿਉਂਕਿ ਇਹ ਸ਼ਬਦ ਸੰਪੂਰਨ ਕਰਨਾ ਹੈ, ਇਸ ਨੂੰ ਆਪਾਂ ਛੱਡਣਾ ਨਹੀਂ ਹੈ। ਇਹ ਗੁਰੂ ਦੀ ਮਰਿਆਦਾ ਪਰੰਪਰਾ ਨਹੀਂ ਹੈ। ਗੁਰਬਾਣੀ ਦਾ ਪਾਠ, ਗੁਰਬਾਣੀ ਦੀ ਕਥਾ ਸ਼ਬਦ ਦੀ ਜਿਹੜੀ ਹੈ ਜਾਂ ਸ਼ਬਦ ਦਾ ਕੀਰਤਨ ਜਿਹੜਾ ਉਹ ਸੰਪੂਰਨ ਹੋਣਾ ਚਾਹੀਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ, ਕਹਿਣ ਲੱਗੇ ਇਹ ਜਿਹੜਾ ਪਰਮਾਤਮਾ ਹੈ ਭਾਈ, ਉਹ ਧਰਤੀ ਆਕਾਸ਼ ਵਿੱਚ ਸਮਾਇਆ ਹੋਇਆ ਹੈ। ਗੁਰਪੂਰਾ ਸੰਤੋਖਿਆ ਭਾਈ, ਇਹਨਾਂ ਨੂੰ ਪੂਰਿਆਂ ਗੁਰਾਂ ਨੇ ਸੰਤੋਖ ਬਖਸ਼ਿਸ਼ ਕੀਤਾ ਹੈ। ਐਨ ਸਲਾਗਾ ਭਾਉ, ਗੁਰਮੁਖਾਂ ਦਾ ਦਿਨੇ ਰਾਤ ਪ੍ਰੇਮ ਲੱਗ ਗਿਆ ਗੁਰੂ ਦੇ ਨਾਲ। ਇਹ ਨਿਸ ਤੋਂ ਭਾਵ ਹੁੰਦਾ ਦਿਨ ਅਤੇ ਰਾਤ, ਤੇ ਭਾਉ ਕਹਿੰਦੇ ਪ੍ਰੇਮ ਨੂੰ। ਗੁਰਮੁਖਾਂ ਦਾ ਪ੍ਰੇਮ ਦਿਨੇ ਰਾਤ ਲੱਗਿਆ, ਲੱਗਾ ਉਹਨਾਂ ਦਾ ਜਿਨ੍ਹਾਂ ਨੂੰ ਸੰਤੋਖ ਪ੍ਰਾਪਤ ਹੋਇਆ ਹੈ। ਰਸਨਾ ਰਾਮ ਰਵੈ ਸਦਾ ਭਾਈ, ਉਹਨਾਂ ਦੀ ਗੁਰਮੁਖੋ ਰਸਨਾ ਹਰ ਵੇਲੇ ਰਾਮ ਰਾਮ ਕਰਦੀ ਰਹਿੰਦੀ, ਹਰ ਵੇਲੇ ਨਾਮ ਜਪਦੇ ਹਨ। ਸਾਚਾ ਸਾਧ ਸੁਆਓ, ਉਹਨਾਂ ਨੂੰ ਸੱਚੇ ਨਾਮ ਦਾ ਸਵਾਦ ਆ ਗਿਆ ਨਾ, ਰਸ ਆ ਗਿਆ। ਹੁਣ ਜਿਹੜੀ ਚੀਜ਼ ਦਾ ਰਸ ਆਵੇ ਤੇ ਬੰਦਾ ਵਾਰ-ਵਾਰ ਖਾਂਦਾ ਹੀ ਹੈ ਨਾ, ਸਵਾਦ ਨਾਲ ਖਾਈਦੀ ਹੈ। ਜਿਨ੍ਹਾਂ ਨੂੰ ਨਾਮ ਦਾ ਰਸ ਆ ਗਿਆ ਹੈ, ਉਹਨਾਂ ਦਾ ਸਵਾਉ ਕਹੀਏ ਪ੍ਰਯੋਜਨ ਹੀ ਬਣ ਗਿਆ ਵੀ ਵਾਰ-ਵਾਰ ਨਾਮ ਨੂੰ ਜਪਣਾ ਹੈ। ਕਰਨੀ ਸੁਣ ਸੁਣ ਜੀਵਿਆ ਭਾਈ, ਇਹਨਾਂ ਕੰਨਾਂ ਦੇ ਨਾਲ ਫਿਰ ਉਹ ਗੁਰਮੁਖ ਜਿਹੜੇ ਨੇ ਪ੍ਰਮਾਤਮਾ ਦੀ ਸਿਫਤ ਸੁਣ ਸੁਣ ਕੇ ਜਿਉਂਦੇ ਹਨ। ਨਿਚਲ ਪਾਇਆ ਥਾਓ, ਉਹਨਾਂ ਨੇ ਨਿਸ਼ਚਲ ਸਰੂਪ ਦੀ ਪ੍ਰਾਪਤੀ ਕਰ ਲਈ ਹੈ। ਨਿਸ਼ਚਲ ਥਾਂ ਤੇ ਫਿਰ ਪ੍ਰਮਾਤਮਾ ਹੀ ਹੈ ਨਾ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਜਿਹੜਾ ਕਦੇ ਨਾਸ ਨਹੀਂ ਹੁੰਦਾ, ਉਹ ਹੈ ਪ੍ਰਮਾਤਮਾ। ਫਿਰ ਉਹ ਗੁਰਮੁਖ ਪ੍ਰਮਾਤਮਾ ਦੇ ਸਰੂਪ ਦੀ ਪ੍ਰਾਪਤੀ ਕਰਦੇ ਹਨ। ਜਿਸ ਪ੍ਰਤੀਤ ਨਾ ਆਵਈ ਪਰ ਭਾਈ, ਦੁਨੀਆ ਵਿੱਚ ਕੁਝ ਲੋਕ ਗੁਰਮੁਖੋ ਉਹ ਨੇ ਜਿਨ੍ਹਾਂ ਨੂੰ ਕਦੇ ਭਰੋਸਾ ਨਹੀਂ ਆਉਂਦਾ। ਆਪਾਂ ਸਾਖੀਆਂ ਸੁਣਦੇ ਹਨ, ਸਾਖੀ ਤੋਂ ਭਾਵ ਹੁੰਦਾ ਗਵਾਹੀ ਦੇਣੀ ਵੀ ਹਾਂ ਇਸ ਵੇਲੇ ਪ੍ਰਮਾਤਮਾ ਨੇ ਇਹ ਕੰਮ ਕੀਤਾ ਸੀ। ਹੁਣ ਕਈਆਂ ਨੂੰ ਤੇ ਯਕੀਨ ਆ ਗਿਆ ਵੀ ਹਾਂ ਕੀਤਾ, ਠੀਕ ਹੈ, ਭਰੋਸਾ ਆ ਗਿਆ। ਪਰ ਕੁਝ ਲੋਕ ਉਹ ਨੇ, ਉਹ ਕਹਿਣਗੇ ਨਹੀਂ ਇਹ ਤੇ ਐਵੇਂ ਗੱਲਾਂ ਬਣਾਈਆਂ, ਕਹਾਣੀਆਂ ਘੜੀਆਂ, ਇਹ ਤੇ ਐਵੇਂ ਬਸ ਟਾਈਮ ਪਾਸ ਵਾਲੀ ਗੱਲ, ਫਜ਼ੂਲ ਗੱਲਾਂ ਹੀ ਨੇ, ਉਹਨਾਂ ਨੂੰ ਭਰੋਸਾ ਹੀ ਨਹੀਂ ਆਉਂਦਾ। ਮਹਾਰਾਜ ਕਹਿਣ ਲੱਗੇ ਬਚਨ ਇਹ ਹੈ, ਗੁਰਮੁਖਾ ਜਿਸ ਪ੍ਰਤੀਤ ਨਾ ਆਵੇ ਹੀ ਭਾਈ, ਜਿਹਨੂੰ ਭਰੋਸਾ ਨਹੀਂ ਨਾ ਆਇਆ ਗੁਰੂ ਦੀ ਸਿੱਖਿਆ ਤੇ। ਹੁਣ ਜੱਜ ਬੈਠਾ ਹੋਇਆ ਕੁਰਸੀ ਤੇ, ਗਵਾਹ ਨੇ ਗਵਾਹੀ ਦਿੱਤੀ ਹੈ, ਜੱਜ ਨੂੰ ਯਕੀਨ ਕਰਨਾ ਪੈਣਾ ਵੀ ਇਹ ਗਵਾਹੀ ਦਿੰਦਾ ਪਿਆ, ਤਾਂ ਹੀ ਉਹ ਕੇਸ ਸੁਣਾਵੇਗਾ ਨਾ, ਫੈਸਲਾ ਸੁਣਾਵੇਗਾ। ਯਕੀਨ ਨਹੀਂ ਆਵੇਗਾ ਤਾਂ ਫੈਸਲਾ ਕਿਵੇਂ ਹੋਵੇਗਾ? ਇਹ ਸਾਖੀਆਂ ਗਵਾਹੀਆਂ ਨੇ, ਪਰ ਜੇ ਅਸੀਂ ਸਾਖੀ ਤੇ ਯਕੀਨ ਹੀ ਨਾ ਕਰੀਏ ਤੇ ਫਿਰ ਭਰੋਸਾ ਤੇ ਨਹੀਂ ਨਾ ਆਵੇਗਾ। ਸਾਖੀ ਤੇ ਇਤਿਹਾਸ ਤੇ ਯਕੀਨ ਕਰਨਾ ਪੈਣਾ। ਸਤਿਗੁਰਾਂ ਨੇ ਪੰਜਾਂ ਦੇ ਸੀਸ ਲੈ ਅੰਮ੍ਰਿਤ ਛਕਾਇਆ, ਇਹ ਸਾਖੀ ਹੈ ਨਾ, ਇਤਿਹਾਸ ਹੈ। ਯਕੀਨ ਕਰਾਂਗੇ ਤੇ ਗੁਰੂ ਦੀ ਮਹਿਮਾ ਠੀਕ ਹੈ, ਨਹੀਂ ਕਰਾਂਗੇ ਤੇ ਫਿਰ ਤੈਨੂੰ ਕਿਵੇਂ ਕਰਕੇ ਸਮਝਾ ਦਈਏ। ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਭਰੋਸਾ ਨਹੀਂ ਆਉਂਦਾ ਹੈ, ਸੋ ਜੀੜਾ ਬਲ ਜਾਓ, ਜਿਹੜਾ ਜੀਵ ਹੈ ਉਸ ਜੀਵ ਦਾ ਹਿਰਦਾ ਹਰ ਵੇਲੇ ਵਿਕਾਰਾਂ ਵਿੱਚ ਹੀ ਸੜਦਾ ਰਹਿੰਦਾ। ਜਿਹੜਾ ਮਨੁੱਖ ਪਰਮਾਤਮਾ ਦੀ ਕੀਤੇ ਤੋਂ ਮੁਮੁਕਰ ਹੁੰਦਾ ਵੀ ਇਹ ਨਹੀਂ ਹੋ ਸਕਦਾ, ਮੈਂ ਨਹੀਂ ਮੰਨਦਾ, ਉਹਦੇ ਕੋਲ ਬੈਠ ਕੇ ਵੇਖਿਓ, ਉਹਦੇ ਮਨ ਵਿੱਚ ਕਾਮ ਦੀ ਅੱਗ, ਕ੍ਰੋਧ ਦੀ ਅੱਗ, ਲੜਾਈ ਦੀ ਅੱਗ, ਲੋਭ ਦੀ ਅੱਗ ਲੱਗੀ ਹੋਈ, ਭਰਿਆ ਪਿਆ ਅੰਦਰੋਂ। ਬੁਲਾ ਕੇ ਦੇਖੋ, ਸਭ ਕੁਝ ਬੋਲੇਗਾ, ਝਾਟੀ ਆਪਣੇ ਅੰਦਰਲੀ ਜ਼ਹਿਰ ਨੂੰ ਬਾਹਰ ਕੱਢੇਗਾ। ਜਿਨ੍ਹਾਂ ਨੂੰ ਭਰੋਸਾ ਨਹੀਂ ਆਉਂਦਾ ਉਹ ਇਸ ਤਰ੍ਹਾਂ ਦੇ ਹਨ। ਬਹੁ ਗੁਣ ਮੇਰੇ ਸਾਹਿਬੇ ਭਾਈ, ਪਰਮਾਤਮਾ ਵਿੱਚ ਭਾਈ ਬੜੇ ਗੁਣ ਹਨ। ਹੋ ਤਿਸਕੇ ਬਲ ਜਾਓ, ਉਸ ਤੋਂ ਬਲਿਹਾਰ ਜਾਂਦੇ, ਕੁਰਬਾਨ ਜਾਂਦੇ ਹਾਂ। ਉਹ ਨਿਰਗੁਣ ਆਰੇ ਪਾਲਦਾ ਭਾਈ, ਸਾਰਿਆਂ ਤੋਂ ਵੱਡਾ ਗੁਣ ਉਹਦੇ ਵਿੱਚ ਇਹ ਹੈ ਵੀ ਉਹ ਨਿਰਗੁਣਿਆਂ ਨੂੰ ਵੀ ਪਾਲਦਾ ਹੈ। ਸਾਡੇ ਘਰ ਵਿੱਚ ਪੁੱਤਰ ਧੀ ਹੈ ਨਾ, ਜੇ ਉਹ ਚੰਗੇ ਉਹਦੇ ਲੱਛਣ ਨਾ ਹੋਣ, ਚੰਗੇ ਗੁਣ ਨਾ ਹੋਵੇ, ਹਰ ਵੇਲੇ ਝਗੜਾ ਕਰੇ, ਹਰ ਵੇਲੇ ਲਾਂਭਾ ਦੁਆਏ, ਹਰ ਵੇਲੇ ਸਾਨੂੰ ਕੁੱਟਣ ਮਾਰਨ ਨੂੰ ਪਵੇ, ਅਸੀਂ ਵੀ ਇੱਕ ਦਿਨ ਉਹਨੂੰ ਘਰੋਂ ਬਾਹਰ ਕੱਢ ਦਈਦਾ ਵੀ ਜੇ ਤੂੰ ਸਾਡੇ ਨਾਲ ਇਹ ਕਰਦਾ ਤੇ ਤੇਰੇ ਨਾਲ ਫਿਰ ਇਸ ਤਰ੍ਹਾਂ ਹੋਣਾ ਚਾਹੀਦਾ। ਪਰਮਾਤਮਾ ਇੱਕ ਇਹੋ ਜਿਹਾ ਹੈ, ਉਹਨੂੰ ਭਾਵੇਂ ਕੋਈ ਦਿਨੇ ਰਾਤ ਮਾੜਾ ਬੋਲੀ ਜਾਵੇ, ਭਾਵੇਂ ਕੋਈ ਉਹਨੂੰ ਗਾਲ ਦੇਈ ਜਾਵੇ, ਭਾਵੇਂ ਉਹਦੇ ਕੀਤੇ ਨੂੰ ਕੋਈ ਨਾ ਮੰਨੇ, ਪਰ ਉਹ ਫਿਰ ਵੀ ਪਾਲਦਾ ਹੈ। ਸੋ ਉਹ ਸਾਰਿਆਂ ਨੂੰ ਪਾਲਦਾ ਪਿਆ, ਚੋਰ ਨੂੰ ਵੀ ਪਾਲਦਾ, ਯਾਰ ਨੂੰ ਵੀ ਪਾਲਦਾ ਹੈ। ਪਾਲਣਾ ਤੇ ਉਹ ਸਾਰਿਆਂ ਦੀ ਕਰਦਾ ਹੈ। ਉਹ ਨਿਰਗੁਣ ਆਰੇ ਪਾਲਦਾ ਭਾਈ, ਜਿਨ੍ਹਾਂ ਵਿੱਚ ਗੁਣ ਕੋਈ ਨਹੀਂ, ਉਹਨਾਂ ਨੂੰ ਵੀ ਉਹ ਭੁੱਖੇ ਨਹੀਂ ਸੌਣ ਦਿੰਦਾ, ਉਹਨਾਂ ਦੀ ਵੀ ਉਹ ਪਾਲਣਾ ਕਰਦਾ। ਇਹ ਉਹਦੇ ਵਿੱਚ ਵੱਡਾ ਗੁਣ ਹੈ। ਜੇ ਨਿਥਾਵੈ ਥਾਓ, ਜਗ੍ਹਾ ਕੋਈ ਨਹੀਂ ਨਾ, ਉਹਨਾਂ ਨੂੰ ਜਗ੍ਹਾ ਵੀ ਦਿੰਦਾ। ਇਸ ਦੁਨੀਆ ਵਿੱਚ ਵੀ ਰਹਿਣ ਵਾਸਤੇ ਧਰਤੀ ਦਿੱਤੀ ਹੈ ਨਾ, ਉਹਨਾਂ ਨੂੰ ਸੌਣ ਵਾਸਤੇ।
ਕਬੀਰ ਧਰਤੀ ਸਾਧਕੀ, ਉਹਨਾਂ ਨੂੰ ਧਰਤੀ ਦਿੱਤੀ ਹੈ ਅਤੇ ਫਿਰ ਜਿਨ੍ਹਾਂ ਦੇ ਉੱਪਰ ਕਿਰਪਾ ਕਰਦਾ ਹੈ ਉਹਨਾਂ ਨੂੰ ਆਪਣੇ ਸਰੂਪ ਵਿੱਚ ਵੀ ਜਗ੍ਹਾ ਦਿੰਦਾ ਹੈ। ਰਿਜਕ ਸੰਭਾਹੇ ਸਾਸ ਭਾਈ। ਇਸ ਕਰਕੇ ਉਹ ਭਾਈ ਪ੍ਰਮਾਤਮਾ ਸਾਰਿਆਂ ਨੂੰ ਹਰੇਕ ਥਾਂ ਤੇ ਰਿਜਕ ਪਹੁੰਚਾਉਂਦਾ, ਸਿਰ ਬਸਿਰ ਹਰੇਕ ਨੂੰ ਉਹਨੇ ਆਪਣੇ ਆਪ ਤੇ ਨਿਰਭਰ ਕੀਤਾ, ਕਿਸੇ ਤੇ ਨਹੀਂ। ਸਾਡੇ ਮਨ ਵਿੱਚ ਇਹ ਹੈ ਵੀ ਮੈਂ ਫਲਾਣੇ ਤੇ ਨਿਰਭਰ ਹਾਂ, ਜੇ ਇਹ ਕਰੇਗਾ ਤੇ ਤਾਂ ਹੋਵੇਗਾ, ਪਰ ਨਹੀਂ, ਮਹਾਰਾਜ ਨੇ ਰਿਜਕ ਸਾਰਿਆਂ ਨੂੰ ਸਿਰ ਬਸਿਰ ਦਿੱਤਾ, ਸਾਰਿਆਂ ਦਾ ਆਪੋ ਆਪਣਾ ਰਿਜਕ ਲਿਖਿਆ, ਉਹ ਮਿਲਣਾ ਹੀ ਮਿਲਣਾ ਹੈ। ਪਰ ਤੈਨੂੰ ਇਸ ਗੱਲ ਤੇ ਯਕੀਨ ਹੋਣਾ ਚਾਹੀਦਾ ਹੈ। ਗੂੜਾ ਜਾ ਕਾ ਨਾਮ ਭਾਈ ਗੂੜਾ ਅਤ ਪ੍ਰੇਮ ਵਾਲਾ ਹੈ, ਜਿਨ੍ਹਾਂ ਗੁਰਮੁਖਾਂ ਨੂੰ ਉਸ ਨਾਮ ਦਾ ਰੰਗ ਚੜਿਆ ਹੈ। ਜਿਸ ਗੁਰ ਸਾਚਾ ਭੇਟੀਏ ਭਾਈ। ਜਿਨ੍ਹਾਂ ਨੂੰ ਪੂਰਾ ਗੁਰੂ ਭੇਟੀਏ ਕਹੀਏ, ਗੁਰਮੁਖੋਂ ਮਿਲਦਾ ਹੈ। ਪੂਰਾ ਤਿਸ ਕਰਮਾਓ। ਗੁਰਮੁਖ ਦੇ ਕਰਮ ਚੰਗੇ ਨੇ ਭਾਈ, ਚੰਗਿਆਂ ਕਰਮਾਂ ਬਿਨਾਂ ਗੁਰੂ ਥੋੜਾ ਮਿਲਦਾ। ਬਿਨ ਭਾਗਾਂ ਸਤ ਸੰਗ ਨ ਲੱਭੈ, ਵੱਡ ਭਾਗੀ ਹਰ ਸੰਗਤ ਪਾਵੈ। ਇਹ ਬਚਨ ਨੇ। ਭਾਗਾਂ ਦੇ ਨਾਲ, ਕਰਮਾਂ ਦੇ ਨਾਲ ਗੁਰੂ ਮਿਲਦਾ ਹੈ, ਕਰਮਾਂ ਨਾਲ ਸੰਗਤ ਮਿਲਦੀ ਹੈ। ਮਹਾਰਾਜ ਕਹਿਣ ਲੱਗੇ ਭਾਈ ਭਾਗਾਂ ਦੇ ਨਾਲ ਗੁਰੂ ਨੂੰ ਪ੍ਰਾਪਤ ਕਰੀਦਾ ਹੈ। ਤਿਸ ਬਿਨ ਘੜੀ ਨਾ ਜੀਵੀਏ ਭਾਈ। ਲੋਕ ਜਿਹੜੇ ਨੇ ਇੱਕ ਘੜੀ ਵੀ ਉਸ ਪਰਮਾਤਮਾ ਤੋਂ ਬਿਨਾਂ ਜਿਉਂਦੇ ਨਹੀਂ ਰਹਿੰਦੇ। ਕਹਿਣ ਲੱਗੇ ਇਹ ਘੜੀ ਵੀ ਤੇਰਾ ਨਾਮ ਭੁੱਲ ਜਾਂਦਾ ਹੈ ਤੇ ਸਾਡੇ ਵਾਸਤੇ ਕਠਿਨਤਾ ਹੀ ਆ ਜਾਂਦੀ ਹੈ, ਸਾਡੇ ਵਾਸਤੇ ਔਖਾ ਸਮਾਂ ਬਣ ਜਾਂਦਾ ਹੈ। ਸਰਬ ਕਲਾ ਭਰਪੂਰ। ਕਿਉਂਕਿ ਉਹ ਪਰਮਾਤਮਾ ਭਾਈ ਹਰੇਕ ਸ਼ਕਤੀ ਨਾਲ ਪਰਿਪੂਰਨ, ਹਰੇਕ ਥਾਂ ਤੇ ਮਦਦ ਕਰਨ ਵਾਲਾ ਹੈ। ਸਾਸ ਗਰਾਸ ਨਾ ਵਿਸਰੈ ਭਾਈ। ਉਸ ਪਰਮਾਤਮਾ ਨੂੰ ਸਵਾਸ ਭੁਲਾਇਆ ਨਾ ਕਰ। ਅਸੀਂ ਤੇ ਸਵੇਰੇ ਜੇ ਨਿਤਨੇਮ ਕਰ ਲਈਏ ਤੇ ਆਸਾਨ ਕਰੀਦਾ ਵੀ ਰੱਬਾ ਮੈਂ ਤੇਰੇ ਤੇ ਆਸਾਨ ਕੀਤਾ, ਮੈਂ ਨਿਤਨੇਮ ਕਰ ਲਿਆ ਅੱਜ, ਤੇ ਜੇ ਸ਼ਾਮ ਨੂੰ ਕਰ ਲਿਆ ਤੇ ਫਿਰ ਹੋਰ ਆਸਾਨ ਹੋ ਜਾਂਦਾ। ਮਹਾਰਾਜ ਕਹਿੰਦੇ ਇੱਕ ਸਵਾਸ ਵੀ ਉਹਦੇ ਨਾਮ ਤੋਂ ਬਿਨਾ ਨਾ ਲੈ ਕੇ ਜਾ, ਇੱਕ ਗਰਾਈ ਮੂੰਹ ਦੇ ਵਿੱਚ ਪਾਉਣਾ, ਨਾਲ ਉਸ ਦਾ ਸ਼ੁਕਰਾਨਾ ਕਰ। ਸਾਸ ਗਰਾਸ ਨਾ ਵਿਸਰੈ ਭਾਈ, ਉਸ ਨੂੰ ਸਾਸ ਗਰਾਸ ਵਿਸਾਰਿਆ ਨਾ ਕਰ, ਭੁਲਾਇਆ ਨਾ ਕਰ। ਦੇਖੋ ਸਦਾ ਹਜੂਰ। ਸਦਾ ਹੀ ਹਾਜ਼ਰ ਨਾਜ਼ਰ ਵੇਖ, ਉਹ ਸਦਾ ਹੀ ਤੇਰੇ ਕੋਲ ਬੈਠਾ ਹੈ। ਸਾਧੂ ਸੰਗ ਮਿਲਾਇਆ ਭਾਈ। ਇਹਨਾਂ ਗੁਰਮੁਖਾਂ ਨੂੰ ਸਾਧੂਆਂ ਦੀ ਸੰਗਤ ਵਿੱਚ ਉਹ ਮਿਲਾ ਦਿੰਦਾ, ਮੇਲ ਦਿੰਦਾ ਹੈ। ਸਰਬ ਰਹਾ ਭਰਪੂਰ। ਜਾਣਦੇ ਵੀ ਉਹ ਸਾਰਿਆਂ ਥਾਵਾਂ ਤੇ ਪ੍ਰਮਾਤਮਾ ਪਰਿਪੂਰਨ ਹੈ। ਜਿਨ੍ਹਾਂ ਪ੍ਰੀਤ ਨਾ ਲੱਗਿਆ ਭਾਈ। ਜਿਨ੍ਹਾਂ ਨੂੰ ਪ੍ਰੀਤੀ ਨਹੀਂ ਆਈ, ਪ੍ਰੀਤੀ ਨਾਮ ਜਿਨ੍ਹਾਂ ਨੂੰ ਭਰੋਸਾ ਹੀ ਨਹੀਂ ਆਇਆ, ਜਿਨ੍ਹਾਂ ਨੂੰ ਗੁਰੂ ਨਾਲ ਪ੍ਰੇਮ ਬਣਿਆ ਨਹੀਂ ਹੈ, ਸੇ ਨਿਤ ਨਿਤ ਮਰਦੇ ਝੂਰ। ਉਹਨਾਂ ਤੇ ਮਿੱਤਾ ਪ੍ਰਤੀ ਮਰਨਾ ਹੁੰਦਾ। ਇਸ ਜਨਮ ਦੇ ਵਿੱਚ ਹਾਏ ਮਰ ਗਏ, ਹਾਏ ਮਰ ਗਏ, ਹਾਏ ਮਰ ਗਏ ਕਰਦੇ ਰਹਿੰਦੇ। ਫਿਰ ਇਹ ਜਨਮ ਜਦੋਂ ਛੁੱਟੇਗਾ ਨਾ, ਉਦੋਂ ਮਰ ਕੇ ਫਿਰ ਅਗਲੇ ਜਨਮ ਵਿੱਚ, ਫਿਰ ਅਗਲੇ ਜਨਮ ਵਿੱਚ ਉਹਨਾਂ ਦਾ ਤੇ ਮਰਨਾ ਬਣਿਆ ਹੀ ਹੋਇਆ ਹੈ। ਕਿਹਨਾਂ ਦਾ? ਜਿਨ੍ਹਾਂ ਪ੍ਰੀਤ ਨਾ ਲੱਗਿਆ ਭਾਈ, ਜਿਨ੍ਹਾਂ ਦਾ ਗੁਰੂ ਦੇ ਨਾਲ ਪ੍ਰੇਮ ਨਹੀਂ ਲੱਗਾ, ਜਿਨ੍ਹਾਂ ਦਾ ਗੁਰੂ ਉੱਪਰ ਭਰੋਸਾ ਨਹੀਂ ਬੱਝਾ, ਉਹ ਇਸ ਜਨਮ ਦੇ ਵਿੱਚ ਵੀ ਮਰ ਗਿਆ ਕਰਦੇ ਅਤੇ ਫਿਰ ਅਗਲੇ ਜਨਮਾਂ ਵਿੱਚ ਵਾਰ-ਵਾਰ ਜੰਮ ਕੇ ਆਉਂਦੇ, ਮਰ ਕੇ ਜਾਂਦੇ ਹਨ। ਅੰਚਲ ਲਾਏ ਤਰਾਇਆ ਭਾਈ। ਮਰਦੇ ਝੂਰ ਤੋਂ ਭਾਵ ਹੁੰਦਾ ਝੂਰਾ ਕਰ ਕਰਕੇ, ਚਿੰਤਾ ਕਰ ਕਰਕੇ। ਉਹਨਾਂ ਨੂੰ ਨਾ ਰਾਤ ਨੂੰ ਨੀਂਦ ਪੈਂਦੀ, ਨਾ ਦਿਨੇ ਉਹਨਾਂ ਨੂੰ ਚੈਨ ਆਉਂਦਾ, ਹਰ ਵੇਲੇ ਝੂਰਦੇ ਰਹਿੰਦੇ, ਚਿੰਤਾ ਕਰਦੇ ਰਹਿੰਦੇ। ਉਹ ਤੇ ਜਿਉਂਦੇ ਵੀ ਮਰਿਆਂ ਦੇ ਵਿੱਚ ਨੇ, ਜਿਹਨੂੰ ਚਿੰਤਾ ਪਈ ਹੋਈ ਹੈ, ਝੂਰਦਾ ਪਿਆ ਹੈ, ਝੂਰ ਕੇ ਮਰਦੇ ਹਨ। ਅੰਚਲ ਲਾਏ ਤਰਾਇਆ ਭਾਈ। ਜਿਨ੍ਹਾਂ ਨੂੰ ਸਤਿਗੁਰੂ ਜੀ ਆਪਣਾ ਪੱਲਾ ਫੜਾ ਦਿੰਦੇ ਨੇ, ਅੰਚਲ ਨਾਮ ਪੱਲੇ ਦਾ, ਜਿਨ੍ਹਾਂ ਨੂੰ ਸਤ ਸੰਗਤ ਦਾ ਪੱਲਾ ਫੜਾ ਦਿੰਦੇ ਹਨ। ਭਉਜਲ ਦੁੱਖ ਸੰਸਾਰ। ਇਹ ਜਿਹੜਾ ਦੁੱਖ ਰੂਪੀ ਸੰਸਾਰ ਹੈ ਨਾ, ਇਸ ਭਉਜਲ ਤੋਂ ਮਹਾਰਾਜ ਬਾਹਰ ਕੱਢ ਲੈਂਦੇ। ਜੇ ਕੋਈ ਖੂਹ ਵਿੱਚ ਡਿੱਗਾ ਹੋਵੇ ਤਾਂ ਉਹਨੂੰ ਰੱਸਾ ਫੜਾ ਦਈਏ ਨਾ, ਤਾਂ ਰੱਸਾ ਫੜ ਕੇ ਉਹ ਬਾਹਰ ਆ ਜਾਂਦਾ। ਸਤਿਗੁਰੂ ਜੀ ਸਤ ਸੰਗਤ ਦਾ ਪੱਲਾ ਫੜਾਉਂਦੇ ਨੇ। ਸਤ ਸੰਗਤ ਵੀ ਗੁਰਮੁਖੋਂ ਪੱਲਾ ਹੀ ਹੈ, ਰੱਸਾ ਹੀ ਹੈ। ਜਿਹਨੂੰ ਇਹ ਰੱਸਾ ਮਹਾਰਾਜ ਨੇ ਫੜਾਤਾ ਨਾ, ਵੀ ਖਿੱਚ ਲਿਆ, ਆ ਜਾ ਸਤ ਸੰਗਤ ਦੇ ਵਿੱਚ, ਉਹਨੂੰ ਮਹਾਰਾਜ ਸੰਸਾਰ ਤੋਂ ਬਾਹਰ ਕੱਢ ਲੈਂਦੇ। ਇਹ ਸੰਸਾਰ ਤੋਂ ਬਾਹਰ ਕੱਢਣ ਦੀ ਜਗ੍ਹਾ ਹੈ ਜਿੱਥੇ ਅਸੀਂ ਆ ਕੇ ਬੈਠੇ ਆ। ਐਸੀ ਕਿਰਪਾ ਕਰਦੇ ਹਨ। ਕਰ ਕਿਰਪਾ ਨਦਰ ਨਿਹਾਲਿਆ ਭਾਈ। ਇਹਨਾਂ ਦੇ ਉੱਪਰ ਕਿਰਪਾ ਕਰਦੇ, ਨਜ਼ਰ ਕਰਕੇ ਉਹਨਾਂ ਨੂੰ ਨਿਹਾਲ ਕਰ ਦਿੰਦੇ ਹਨ। ਕੀਰਤਨ ਅੰਗ ਪਾਰ। ਦਾ ਅੰਗ ਕਹੀਏ ਪੱਖ ਕਰਦੇ, ਸਤਿਗੁਰੂ ਜੀ ਦਾ ਪੱਖ ਕਰ ਲਿਆ ਨਾ ਮਹਾਰਾਜ ਜੀਆਂ ਨੇ, ਤੇ ਫਿਰ ਉਹ ਪਾਰਾਵਾਰ ਤੋਂ ਰਹਿਤ ਸਤਿਗੁਰੂ ਜੀ ਨਿਹਾਲ ਹੀ ਕਰ ਦਿੰਦੇ। ਜਿਹਦਾ ਪੱਖ ਗੁਰੂ ਕਰੇ, ਉਹਦਾ ਵਾਲ ਥੋੜਾ ਕੋਈ ਵਿੰਗਾ ਕਰ ਸਕਦਾ। ਜਾਂ ਤੂੰ ਮੇਰਾ ਵੱਲ ਹੈ, ਵੱਲ ਤੋਂ ਭਾਵ ਪੱਖ ਹੀ ਹੈ ਨਾ, ਜੇ ਤੂੰ ਮੇਰੇ ਪੱਖ ਵਿੱਚ, ਮੇਰੇ ਵੱਲ, ਮੇਰੀ ਸਹਾਇਤਾ ਕਰਨ ਵਾਸਤੇ ਆ ਜਾਵੇਂ
ਤਾਂ ਕਿਆ ਮੁਸ਼ੰਦਾ, ਫਿਰ ਮੈਨੂੰ ਕਿਸੇ ਦੀ ਮੁਸ਼ੰਦਗੀ ਨਹੀਂ ਰਹਿ ਗਈ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਜਿਨ੍ਹਾਂ ਦਾ ਪੱਖ ਕਰਦਾ ਨਿਹਾਲ ਕਰਦਾ ਹੈ। ਮਨ ਤਨ ਸੀਤਲ ਹੋਇਆ ਉਹਨਾਂ ਭਾਈ, ਗੁਰਮੁਖਾਂ ਦੇ ਮਨ ਤਨ ਜਿਹੜੇ ਸੀਤਲ ਹੋ ਜਾਂਦੇ ਹਨ। ਭੋਜਨ ਨਾਮ ਆਧਾਰ, ਜਿਨ੍ਹਾਂ ਨੂੰ ਨਾਮ ਦਾ ਭੋਜਨ ਮਿਲਿਆ ਹੈ, ਅਸੀਂ ਭੋਜਨ ਖਾ ਕੇ ਰੱਜ ਜਾਂਦੇ। ਜਿਨ੍ਹਾਂ ਨੇ ਨਾਮ ਦਾ ਭੋਜਨ ਛਕਿਆ ਹੈ, ਉਹਨਾਂ ਦਾ ਮਨ ਤੇ ਤਨ ਸੀਤਲ ਕਹੀਏ ਸ਼ਾਂਤ ਹੋ ਗਿਆ। ਮਨ ਵੀ ਸ਼ਾਂਤ ਹੋ ਗਿਆ, ਤਨ ਵੀ ਸ਼ਾਂਤ ਹੋ ਜਾਂਦਾ ਹੈ। ਨਾਨਕ ਤੇ ਸਰਣਾਗਤੀ ਭਾਈ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਪੰਜਵੇਂ ਸਰੂਪ ਗੁਰੂ ਅਰਜਨ ਦੇਵ ਪਾਤਸ਼ਾਹ ਆਖਦੇ ਉਸ ਪ੍ਰਮਾਤਮਾ ਦੀ ਸ਼ਰਨ ਵਿੱਚ ਗਤ ਕਹੀਏ ਪ੍ਰਾਪਤ ਹੋਣਾ ਕਰ। ਜੇ ਕਿਲ ਬਿਖ ਕਾਟਣ ਹਾਰ, ਸਤਿਗੁਰੂ ਜੀ ਸਾਰੇ ਕਿਲਬੇ ਕਹੀਏ ਬੱਜਰ ਪਾਪਾਂ ਨੂੰ ਕੱਟਣ ਦੀ ਸਮਰੱਥਾ ਰੱਖਦੇ। ਸਤਿਗੁਰੂ ਐਸੇ ਲੋਹਾਰ ਨੇ, ਐਸੇ ਉਜਾਰ ਨੇ ਮਹਾਰਾਜ ਦੇ ਕੋਲ। ਵੱਡੀ ਤੋਂ ਵੱਡੀ ਹੱਥਕੜੀ, ਵੱਡੇ ਤੋਂ ਵੱਡਾ ਸੰਗਲ ਲੋਹਾਰ ਤੋੜ ਕੇ ਲਾ ਦਿੰਦਾ ਹੈ। ਸਤਿਗੁਰੂ ਕੋਲ ਇਹੋ ਜਿਹਾ ਉਜਾਰ ਨੇ, ਇਹੋ ਜੀ ਬਖਸ਼ਿਸ਼ ਹੈ। ਗੁਰੂ ਦੀ ਸ਼ਰਨ ਵਿੱਚ ਆ ਜਾਵੇਂਗਾ, ਮਹਾਰਾਜ ਸਾਰੇ ਤੇਰੇ ਪਏ ਹੋਏ ਸੰਗਲ ਤੋੜ ਦੇਣਗੇ। ਸਤਿਗੁਰੂ ਐਸੇ ਸਮਰੱਥ ਨੇ। ਸਤਿਗੁਰ ਸਿੱਖੈ ਬੰਧਨ ਕੱਟੈ। ਇਹ ਜਿਹੜੇ ਕਿਲਬਿਖ ਬੱਜਰ ਪਾਪ ਨੇ ਨਾ ਗੁਰਮੁਖੋ, ਇਹ ਫਲ ਦਿੰਦੇ ਨੇ, ਪਰ ਸਤਿਗੁਰੂ ਬੱਜਰ ਪਾਪਾਂ ਨੂੰ ਨਾਸ਼ ਕਰਨ ਦੀ ਵੀ ਸਮਰੱਥਾ ਰੱਖਦੇ। ਐਸਾ ਗੁਰੂ ਕਿੱਥੋਂ ਮਿਲੇਗਾ? ਸੋ ਭੂਲੇ ਮਾਰਗ ਜਿਨੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਐਸੇ ਗੁਰੂ ਦੀ ਦਾਤ ਐਸੀ ਕਿਰਪਾ ਨਾਲ ਪ੍ਰਾਪਤ ਹੁੰਦੀ ਹੈ। ਸਤਿਗੁਰਾਂ ਦੇ ਸ਼ਬਦ ਦੀ ਵਿਚਾਰ ਕਰਦੇ ਹਾਂ, ਭੁੱਲ ਚੁੱਕ ਦੀ ਮੁਆਫੀ। ਸਤਿਗੁਰੂ ਰਹਿਮਤ ਕਰਨ, ਉਪਦੇਸ਼ ਹਿਰਦੇ ਵਸੇ। ਅਸ਼ਟਪਦੀਆਂ ਦੇ ਸ਼ਬਦ ਥੋੜੇ ਵੱਡੇ ਨੇ, ਜ਼ਿਆਦਾ ਪੰਕਤੀਆਂ ਨੇ, ਥੋੜਾ ਸਮਾਂ ਵੱਧ ਲੱਗਿਆ। ਆਪ ਸੰਗਤਾਂ ਨੇ ਮਾਫੀ ਦੇਣ ਦੀ ਕਿਰਪਾਲਤਾ ਕਰਨੀ। ਦਿਓ ਸੱਜਣਾ ਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲੋ। ਮਨ ਤਨ ਸੀਤਲ ਹੋਇਆ ਭਾਈ, ਭੋਜਨ ਨਾਮ ਆਧਾਰ। ਨਾਨਕ ਤੇ ਸਰਣਾਗਤੀ ਭਾਈ, ਜੇ ਕਿਲ ਬਿਖ ਕਾਟਣ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ